नमस्कार, आप देख रहे हैं GBN 24 न्यूज। मैं हूं राशि। आइए खबरों की शुरुआत करते हैं। करीब 2 साल बाद दुबई से शादी करवाने के लिए लौटा मोहल्ला पालिका बाग के 27 वर्षीय विजय की संदिग्ध मौत हो गई। युवक की बहन ने पुलिस को दिए बयान में भाई की मौत के लिए उसे अमृतसर एयरपोर्ट से गाड़ी में लाने वाले उसके 2 दोस्तों को जिम्मेदार ठहराया है। विजय शुक्रवार को दुबई से अमृतसर एयरपोर्ट पर पहुंचा था, जहां होशियारपुर में उसके 2 दोस्त गाड़ी में उसे लेने आए। जब वो होशियारपुर पहुंचा तो रात के 10 बज गए थे। इस पर उसने अपने दोस्त के फोन से पिता को फोन कर कहा कि शहर में कर्फ्यू लगा है, इसलिए वो रात को अपने दोस्त के घर पर ही रुकेगा और सुबह होते ही घर पहुंच जाएगा। दोपहर तक जब वो घर नहीं पहुंचा तो परिजनों ने उसके दोस्त को कॉल किया। इस पर उसने बताया कि उसकी सेहत खराब होने पर एक निजी अस्पताल में लाए हैं, लेकिन जब परिजन पहुंचे तो उसकी मौत हो चुकी थी। वहीं एएसआई बलविंदर सिंह ने कहा कि बहन के बयान पर कार्रवाई शुरू कर दी है। रविवार को पोस्टमार्टम रिपोर्ट होने के बाद ही अगली कार्रवाई की जाएगी। दुबई तो कल आया है, उम्र ਇਹਦੀ 27 ਸਾਲ ਹੈ ਤੇ ਕੱਲ ਦੁਬਈ ਤੋਂ ਆਇਆ ਤੇ ਅੰਮ੍ਰਿਤਸਰ ਉਤਰਿਆ ਹੈਗਾ ਤੇ ਦੋਸਤ ਹੀ ਇਹਨੂੰ ਲੈਣ ਗਏ ਆ ਤੇ ਘਰ ਨਹੀਂ ਇਹ ਆਇਆ ਦੁਬਈ ਤੋਂ ਤੇ ਰਾਤੀ ਫੋਨ 10:30 ਵਜੇ ਫੋਨ ਕਰਕੇ ਕਹਿ ਰਿਹਾ ਕਿ ਮੈਂ ਦੋਸਤ ਦੇ ਘਰ ਆ ਤੇ ਮੈਂ ਕੱਲ ਸਵੇਰੇ ਆਉਂਗਾ। ਸਾਨੂੰ ਸੀਗਾ ਵੀ ਚਲੋ 9 ਵਜੇ ਕਰਫਿਊ ਲੱਗ ਜਾਂਦਾ ਹੈਗਾ, ਇਸ ਕਰਕੇ ਵੀ ਨਹੀਂ ਆਣਾ ਹੋਣਾ ਵੀ ਇਹਨੇ ਜਾਂ ਸਵੇਰੇ ਆ ਜਾਏਗਾ। ਤੇ ਦੋਸਤ ਦੇ ਫੋਨ ਤੋਂ ਇਹਨੇ ਫੋਨ ਕੀਤਾ ਕਿਉਂਕਿ ਦੁਬਈ ਦਾ ਜਿਹੜਾ ਇਹਦਾ ਨੰਬਰ ਸੀ ਉਹ ਬੰਦ ਹੋ ਜਾਂਦਾ ਆ ਕੇ 에ਅਰਪੋਰਟ ਤੋਂ ਬਾਅਦ। ਤੇ ਫਿਰ ਜਦੋਂ ਸਵੇਰੇ ਸਾਨੂੰ 11:30 ਵਜੇ ਡੈਡੀ ਨੂੰ ਫੋਨ ਆਂਦਾ ਮੇਰੇ ਪਾਪਾ ਨੂੰ ਕਿ ਮਤਲਬ ਮੈਂ ਨਹੀਂ ਸਵੇਰੇ 11:30 ਵਜੇ ਘਰ ਕੋਈ ਆਂਦਾ ਹੈ ਲੜਕਾ ਦੱਸਣ ਵਾਸਤੇ ਕਿ ਤੁਹਾਡਾ ਬੇਟਾ ਮਾਡਰਨ ਹਸਪੀਟਲ ਦੇ ਐਡਮਿਟ ਹੈਗਾ ਤੇ ਤੁਸੀਂ ਉਹ ਡੈਡੀ ਨੇ ਪੁੱਛਿਆ ਵੀ ਕੀ ਗੱਲ ਹੋਈ, ਕੀ ਗੱਲ ਹੈ। ਕਹਿੰਦਾ ਪਤਾ ਨਹੀਂ, ਉਹਨੂੰ ਘਬਰਾਹਟ ਜੀ ਹੋ ਰਹੀ ਹੈ। ਜਿੱਦਾਂ ਹੀ ਅਸੀਂ ਹਸਪੀਟਲ ਆ ਕੇ ਦੇਖਿਆ ਤੇ ਮੇਰਾ ਬ੍ਰਦਰ ਡੈੱਡ ਸੀਗਾ ਤੇ ਡਾਕਟਰ ਨਾਲ ਗੱਲ ਕੀਤੀ ਵੀ ਕੀ ਗੱਲ ਹੋਈ ਹੈ, ਬਿਲਕੁਲ ਠੀਕ ਠਾਕ ਆਇਆ ਹੈਗਾ, ਮਤਲਬ ਸਾਨੂੰ ਮਿਲਿਆ ਨਹੀਂ, ਸਾਨੂੰ ਪਤਾ ਆਪਣੇ ਬੱਚੇ ਦਾ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਡਾਕਟਰ ਨੇ ਕਿਹਾ ਕਿ ਜਦੋਂ ਆਇਆ ਡੈੱਡ ਆਇਆ ਤੇ 2 ਦੋਸਤਾਂ ਨਾਲ ਆਇਆ। ਉਹ ਦੋਸਤਾਂ ਨੂੰ ਕਿਹਾ ਕਿ ਮੈਂ ਸਾਡੇ ਕੋਲ ਰਾਤ ਰੁਕਿਆ ਹੋਇਆ ਸੀਗਾ 15-20 ਮਿੰਟ। ਕਿਸੇ ਤਰ੍ਹਾਂ ਦੱਸਿਆ ਵੀ ਇਹ ਜਿਹੜੀ ਡਾਕਟਰ ਕਹਿੰਦੇ ਸਾਡੇ ਕੋਲ ਡੈੱਡ ਆਇਆ, ਅਸੀਂ ਇਹਨੂੰ ਪੰਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਹਨੂੰ ਕਰੰਟ ਵੀ ਲਗਾਇਆ, ਲੇਕਿਨ ਇਹਨੇ ਕੋਈ ਰਿਸਪੌਂਸ ਨਹੀਂ ਕੀਤਾ। ਨਾ ਇਹਦੀ ਹਾਰਟ ਬੀਟ ਚੱਲ ਰਹੀ ਸੀ, ਨਾ ਕੁਝ ਚੱਲ ਰਿਹਾ ਸੀ ਬਿਲਕੁਲ। ਤਰ੍ਹਾਂ ਦਾ ਤੁਹਾਨੂੰ ਕੋਈ ਸ਼ੱਕ ਜਾਂ ਸ਼ੁਬਾ? ਹਾਂ, ਜਿਹੜੇ ਮੁੰਡੇ ਨੂੰ ਲੈ ਕੇ ਗਏ ਆ ਉਹਨਾਂ ਦਾ 2 ਨੰਬਰ ਦਾ ਕੰਮ ਆ, ਨਸ਼ਾ ਉਹ ਵੇਚਦੇ ਆ, ਚਿੱਟਾ ਉਹ ਵੇਚਦੇ ਆ ਤੇ ਉਹਦੇ ਚਾਚੇ ਦਾ ਇੰਨੀ ਵਾਰ ਉਹ ਜੇਲ੍ਹ ਜਾ ਚੁੱਕਿਆ ਵਾ ਨਸ਼ੇ ਦੇ ਕੰਮ ਦੇ ਵਿੱਚ। ਤੇ ਉਸ ਮੁੰਡੇ ਦਾ ਨਾਮ, ਇੱਕ ਮੁੰਡੇ ਦਾ ਨਾਮ ਵਿਵੇਕ ਸੋਢੀ ਹੈ ਤੇ ਦੂਸਰੇ ਦਾ ਨਾਮ ਲਿਖਿਆ ਹੋਇਆ, ਮੈਨੂੰ ਪਤਾ ਨਹੀਂ, ਦਿਮਾਗ 'ਚ ਨਹੀਂ ਆ ਰਿਹਾ। ਤੇ ਉਸਦੇ ਮਤਲਬ ਉਹਨਾਂ ਦਾ ਇਹੀ ਕੰਮ ਆ। ਤੇ ਪੁਲਿਸ ਵੀ ਹੁਣ ਜਦੋਂ ਇਨਕੁਆਇਰੀ ਕਰਕੇ ਆਈ ਆ ਤੇ ਆਲੇ ਦੁਆਲੇ ਤੋਂ ਪਤਾ ਲੱਗਿਆ ਕਿ ਉਹ ਨਸ਼ੇ ਦਾ ਕੰਮ ਕਰਦੇ ਆ, ਚਿੱਟੇ ਦਾ। ਮੈਨੂੰ ਯਕੀਨ ਹੈ ਕਿ ਮੇਰੇ ਭਰਾ ਨੂੰ ਉਹਨਾਂ ਨੇ ਹੀ ਕੁਛ ਦੇ ਕੇ ਮਾਰਿਆ ਵਾ, ਕਿਉਂਕਿ ਉਹਦੀ ਬੋਡੀ ਪੂਰੀ ਨੀਲੀ ਪੈ ਚੁੱਕੀ ਹੈ ਇਸ ਟਾਈਮ ਤੇ ਬਿਲਕੁਲ ਨੀਲਾ ਪੈ ਚੁੱਕਾ ਉਹ। ਜੋ ਇੱਥੇ ਆਉਣਾ ਸੀਗਾ ਉਸ ਤੋਂ ਪਹਿਲਾਂ ਤੁਹਾਡੇ ਬ੍ਰਦਰ ਨਾਲ ਕੋਈ ਗੱਲਬਾਤ ਹੋਈ? ਹਾਂਜੀ, ਗੱਲ ਹੋਈ ਉਹਦੀ ਰਾਤੀ। ਉਹ 에ਅਰਪੋਰਟ ਤੇ ਪਹੁੰਚ ਕੇ ਉਹਨੇ ਮੇਰੇ ਨੂੰ ਫੋਨ ਕੀਤਾ, ਵੀਡੀਓ ਕਾਲ ਕੀਤੀ, ਬਿਲਕੁਲ ਠੀਕ ਸੀਗਾ। ਮੈਂ ਕਹਿੰਦਾ ਮੈਂ ਪਲੇਨ 'ਚ ਬੈਠਣ ਲੱਗਾ ਤੇ ਮੈਂ ਮਤਲਬ 1 ਵਜੇ, ਇੰਡੀਆ ਦਾ 1 ਵਜਿਆ ਸੀਗਾ ਇੱਥੇ, ਤੇ 1 ਵਜੇ ਕਹਿੰਦਾ ਮੈਂ ਬੈਠਣ ਲੱਗਾ ਹੈਗਾ। ਬਹੁਤ ਅੱਛੀ ਤਰ੍ਹਾਂ ਉਹਨੇ ਗੱਲ ਕੀਤੀ, ਕੋਈ ਚੱਕਰ ਨਹੀਂ ਹੈਗਾ ਇੱਦਾਂ ਦਾ ਵੀ ਜਾਂ ਤਾਂ ਤੁਹਾਨੂੰ ਥੋੜ੍ਹਾ ਜਿਹਾ ਵੀ ਲੱਗਦਾ ਕਿ ਕੋਈ ਸ਼ੱਕ ਆ, ਮੈਨੂੰ ਯਕੀਨ ਹੈ ਕਿ ਉਹਨਾਂ ਦੋਨਾਂ ਮੁੰਡਿਆਂ ਨੇ ਹੀ ਇਹਨੂੰ ਕੁਛ ਦੇ ਕੇ ਮਾਰਿਆ। ਕਿੰਨੀ ਏਜ ਸੀ ਤੁਹਾਡੇ ਬ੍ਰਦਰ? 27 ਸਾਲ। ਕਿੰਨਾ ਚਿਰ ਹੋ ਗਿਆ ਸੀ ਦੁਬਈ ਗਿਆ ਨੂੰ? ਦੁਬਈ ਗਏ ਨੂੰ 7 ਸਾਲ ਹੋ ਗਏ ਸੀ। 2 ਸਾਲ ਬਾਅਦ ਆਂਦਾ ਸੀ, 2 ਮਹੀਨੇ ਦੀ ਛੁੱਟੀ ਆਂਦਾ ਸੀ ਤੇ 2 ਮਹੀਨੇ ਦੀ ਛੁੱਟੀ ਲਈ ਆਇਆ ਸੀਗਾ ਤੇ 2 ਮਹੀਨੇ ਬਾਅਦ ਚਲੇ ਜਾਂਦਾ ਸੀ। ਅਸੀਂ ਨਹੀਂ ਮੈਰਿਜ, ਇਸ ਵਾਰ ਮੈਰਿਜ ਕਰਨੀ ਸੀ ਅਸੀਂ ਉਹਦੀ। ਸਰ, ਇਹ ਜਿਹੜੀ ਡੈਡ ਬੋਡੀ ਲੈ ਕੇ ਆਏ ਆ, ਇਹ ਕੌਣ ਲੋਕ ਆ, ਕੀ ਮਸਲਾ ਹੈ? ਅਜੇ ਕਾਰਵਾਈ ਤੋਂ ਬਾਅਦ ਦੱਸਾਂਗੇ। ਤੇ ਕੋਈ ਕਾਰਵਾਈ ਤੋਂ ਬਾਅਦ ਦੱਸਾਂਗੇ ਅਸੀਂ, ਜੋ ਪੋਸਟਮਾਰਟਮ ਕਰਵਾ ਕੇ ਨਾ ਬਾਅਦ ਵਿੱਚ ਜੋ ਵੀ ਹੋਵੇ। ਮੁੱਢਲੀ ਮਤਲਬ ਕੀ ਸ਼ੁਰੂਆਤ ਕੀ ਹੋਈ ਹੈ? ਸਾਨੂੰ ਉਹਦੇ ਹਸਪਤਾਲ ਨੂੰ ਫੋਨ ਆਇਆ, ਡੈਡ ਬੋਡੀ ਆਪਾਂ ਰਿਸੀਵ ਕੀਤੀ है। पंजाब में लगातार अलग अलग मामलों में अधीन भगोड़े व्यक्तियों को जब भी पुलिस पकड़ने जाती है तो उनके बीच आपसी तकरार की घटनाओं में लगातार विस्तार होता जा रहा है। इसके अंतर्गत नाभा ब्लॉक के गांव धारुंकी में उस समय माहौल गर्मा गया जब पंजाब एंड हरियाणा हाईकोर्ट के हुक्मों के अंतर्गत आमलोह पुलिस पार्टी समेत गांव धारुंकी में एक व्यक्ति के केस में जो भगोड़ा करार था उसे गिरफ्तार करने पहुंची तो भगोड़ा व्यक्ति और उसका परिवार के मेंबर पुलिस के साथ टकराव बढ़ गया और आपस में हाथापाई हो गई, जिसके बाद स्थिति तनावपूर्ण हो गई और जहां पर पुलिस अस्पताल में दाखिल हो गई वहां ही पारिवारिक मेंबर भी अस्पताल में इलाज करवा रहा है। इस घटना का वीडियो काफी वायरल हुआ है।
आपको बता दें कि नाभा ब्लॉक के गांव धारुंकी, जहां पर कुलदीप दास नाम के व्यक्ति को अमलोह की पुलिस पार्टी पंजाब एंड हरियाणा हाईकोर्ट के हुक्मों के अंतर्गत पकड़ने आई थी, लेकिन स्थिति इतनी तनावपूर्ण हो गई कि पारिवारिक मेंबर और पुलिस के बीच हाथापाई हो गई। पंजाब एंड हरियाणा हाईकोर्ट की तरफ से सख्त हिदायतें पुलिस को जारी की गई थी कि 2 हफ्ते के अंदर अंदर कुलदीप दास को पकड़ा जाए, नहीं तो पुलिस के आईओ की सैलरी केस के साथ अटैच कर दी जाएगी। इस हुक्मों के बाद पुलिस हरकत में आई और वहां पर कुलदीप दास को पकड़ने पहुंची, लेकिन इसके बाद दोनों पक्षों के बीच विवाद हो गया है। इसके बाद पुलिस ने अमलोह की पुलिस पार्टी और हमला करने वाले के आरोप में विभिन्न धाराओं में मामला दर्ज किया है। इस मौके पर कुलदीप दास के भाई मलकीत दास और कुलदीप दास की पत्नी परमिंदर कौर ने बताया कि हम घर में सुबह चाय पी रहे थे तो सिविल कपड़ों में पुलिस घरों में दाखिल हुई और अफरा दफरी का माहौल उन्होंने पैदा कर दिया और हाथापाई करने लगे। उनकी तरफ से गिरफ्तारी का कोई भी ऑर्डर हमें नहीं दिखाया गया है, हम तो इंसाफ की ही मांग कर रहे हैं। वहीं कुलदीप दास के भाई मलकीत दास और उनकी पत्नी के साथ ही मौके पर सदर नाभा के जांच अधिकारी लाल चंद ने बताया कि मामला 2017 का है और बीते 5 अप्रैल को पंजाब एंड हरियाणा हाईकोर्ट की तरफ से दोषी कुलदीप दास को 2 हफ्तों के अंदर अंदर भगोड़ा करार कर दिया गया था, जिसको लेकर हम कुलदीप को गिरफ्तार करने पहुंचे थे, लेकिन यहाँ पर इस घटना को अंजाम उसके घर वालों ने दिया। माजला ਤਾਂ ਸਾਨੂੰ ਵੀ ਨਹੀਂ ਅਸਲ ਅੱਜ ਦਾ ਪਤਾ ਸੀ ਜੀ, ਕਿਉਂਕਿ ਪਹਿਲਾਂ ਮੇਰੇ ਇੰਨਾ ਕਿ ਸਾਨੂੰ ਥੋੜ੍ਹਾ ਜਿਹਾ ਨੌਲੇਜ ਸੀ, ਉਹ ਵੀ ਦੱਸਿਆ ਸੀ ਅਸੀਂ ਅਲੱਗ-ਅਲੱਗ ਆਂ ਜੀ ਦੋਵੇਂ ਬ੍ਰਦਰ, ਅਤੇ ਉਹ ਕਹਿੰਦਾ ਵੀ ਉਹਦਾ ਆਲੂਆਂ ਦਾ ਰੌਲਾ ਚੱਲਦਾ ਸੀ ਕੋਈ ਜੀ ਕੇਸ, ਅਤੇ ਜਿਹੜਾ ਤੇ ਦਰਅਸਲ ਝੂਠਾ ਪਰਚਾ ਦਰਜ ਕੀਤਾ ਹੋਇਆ ਜੀ ਪੁਲਿਸ ਨੇ, ਅਤੇ ਕਿਉਂਕਿ ਜਿਹੜੀਆਂ ਪੇਮੈਂਟਾਂ ਦਾ ਉਹ ਕਹਿੰਦੇ ਨੇ ਉਹ ਪੇਮੈਂਟਾਂ ਜੀ ਉਹਦੇ ਲਈ ਸਾਰੀ ਸਟੇਟਮੈਂਟ ਬੈਂਕ ਸਟੇਟਮੈਂਟ ਹੈਗੀ ਹੈ ਜੀ, ਵੀ ਜਿਨ੍ਹਾਂ ਨੂੰ ਪੈਸੇ ਪਾਏ ਹੋਏ ਨੇ। ਇੱਥੇ ਦੇ ਬੰਦੇ ਤੇ ਆਲੂਆਂ ਦਾ ਕੀ ਚੱਲਦਾ ਸੀ? ਇਹ ਆਲੂਆਂ ਦੇ ਬੰਦਿਆਂ ਨਾਲ ਤਾਂ ਅਸਲ ਤਾਂ ਜਿਹੜੇ ਬੰਦਿਆਂ ਨੇ ਪਰਚਾ ਕਰਾਇਆ ਜੀ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਤੇ ਅਸੀਂ ਜਿਹੜੇ ਮੇਰੇ ਛੋਟੇ ਭਾਈ ਨੇ ਆਲੂ ਖਰੀਦੇ ਤੇ ਉਹ ਪੰਚਕੂਲੇ ਦਾ ਬੰਦਾ ਤੇ ਜੀ ਅਨੂਪ ਜੱਸਲ, ਉਹ ਤੋਂ ਕਮਿਸ਼ਨ 'ਤੇ ਹੀ ਕੰਮ ਕਰਦਾ ਸੀ 5 ਰੁਪਏ ਬੋਰੀ 'ਤੇ ਜੀ। ਅਤੇ ਇਹਨੇ ਜਦੋਂ ਜਿਹੜੇ ਬੰਦਿਆਂ ਨੂੰ ਉਹਨੇ ਪੇਮੈਂਟ 9 ਲੱਖ ਰੁਪਏ ਉਹ ਆਪਦੇ ਅਕਾਊਂਟ 'ਚ 9 ਲੱਖ ਰੁਪਈਆ ਤਾਂ ਉਹ ਅਨੂਪ ਜੱਸਲ ਆਪਦੇ ਅਕਾਊਂਟ 'ਚ ਲੈ ਗਿਆ ਜੀ ਇਹ ਤੋਂ। ਬਾਕੀ ਇਹਨੇ ਜਿਹੜੇ ਕਿਸਾਨਾਂ ਨੂੰ ਉਹਨੇ ਕਿਹਾ ਇਹਨੇ ਉਹਨੂੰ ਪੇਮੈਂਟ ਟਰਾਂਸਫਰ ਕਰਤੀ, ਅਤੇ ਉਹ ਪੇਮੈਂਟ ਸਾਰੀ ਅਸੀਂ ਦੇ ਚੁੱਕੇ ਜੀ ਜਿਹੜੀ ਇਹਨੇ ਦੇਣੀ ਤੀ ਜੀ। ਕਿੰਨੀ ਟਰਾਂਸਫਰ ਪੇਮੈਂਟ ਤਾਂ ਜੀ ਘੱਟੋ ਘੱਟ ਤਕਰੀਬਨ ਸਾਨੇ ਉਹਦਾ ਬਣਦਾ ਤੀ ਜਿਹੜੇ ਹਿਸਾਬ ਨਾਲ ਉਹ ਦੱਸਦਾ ਤੀ ਖਾਣੀ ਪਰਚਾ ਤਾਂ 17 ਲੱਖ ਦਾ ਕਰਾਇਆ ਜੀ, ਪੇਮੈਂਟ ਗਈ ਉਹਦੇ ਅਕਾਊਂਟ 'ਚ 65 ਲੱਖ ਰੁਪਈਆ ਜੀ। 65 ਲੱਖ ਵਗ ਗਿਆ ਜੀ ਉਹਦੇ ਅਕਾਊਂਟ 'ਚ। 65 ਲੱਖ ਕਿਵੇਂ ਦਿੱਤਾ? 17 ਲੱਖ ਦਾ 65 ਲੱਖ ਨਹੀਂ ਜੀ, ਉਹ ਤਾਂ ਨਾ ਉਹਨੇ ਉਹਨਾਂ ਲੋਕਾਂ ਦਾ ਜਿਹੜੇ ਉਹ ਕਿਸਾਨ ਤੇ ਜੀ ਉਹਦੇ ਨਾਲ ਉਹਨਾਂ ਦਾ ਲਹਿਦਾ ਪਰਚੇ ਉਹਦੇ ਕੇਸ ਚੱਲਦੇ ਨੇ ਜੀ, ਉਹਨੇ ਉਹ ਪੈਸਿਆਂ ਦਾ ਵੇਰਵਾ ਇਹਦੇ ਨਾਲ ਪਵਾਤਾ ਜੀ। ਅਸੀਂ ਤਾਂ ਆਪਦੇ ਲੋਕ ਪ੍ਰੂਫ ਆ ਜੀ ਸਾਡੇ ਲੋਕ ਬੈਂਕ ਸਟੇਟਮੈਂਟ ਦਾ ਵੀ ਅਸੀਂ ਪੈਸੇ ਬੈਂਕ ਨਾਲ ਦਿੱਤੇ ਹੋਏ ਨੇ, ਕੋਈ ਦੂਰ ਉਟ ਨਹੀਂ ਦਿੱਤੇ ਹੋਏ ਜੀ ਹੱਥ ਵਾਸਤੇ। ਸਵੇਰੇ ਕੀ ਹੋਇਆ ਫਿਰ? ਸਵੇਰੇ ਤਾਂ ਸਾਨੂੰ ਪਤਾ ਹੀ ਨਹੀਂ ਤੇ ਚਾਹ ਪੀ ਰਹੇ ਤੇ ਬੈਠੇ ਵਾ ਪੁਲਿਸ ਦਾ ਉਦੋਂ ਹੀ ਪਤਾ ਲੱਗਿਆ ਸਾਡਾ ਗੇਟ ਖੁੱਲ੍ਹਾ ਸੀ, ਜਦੋਂ 7-8 ਬੰਦੇ ਤੇ ਤਕਰੀਬਨ ਮਤਲਬ ਵੱਧ ਵੀ ਹੋਣਗੇ 2 ਗੱਡੀਆਂ 'ਚ ਆਏ ਤੇ ਜੀ, ਵੀ ਕੁਛ ਨਹੀਂ ਪੁੱਛਿਆ, ਡੰਡਿਆਂ ਨਾਲ ਸਾਨੂੰ ਕੁੱਟ ਮਾਰਨ ਲੱਗ ਗਏ ਕਰਨੇ ਇਹਨਾਂ ਨੂੰ। ਨਹੀਂ ਸਿਵਲ ਵਰਦੀ ਜੀ, ਇੱਕ ਬੰਦੇ ਦੇ ਵਰਦੀ ਤੀ ਜੀ ਸਿਰਫ। ਤੁਸੀਂ ਪੁੱਛਿਆ ਕੀ ਕਾਰਨ? ਅਸੀਂ ਕੋਈ ਉਹਨਾਂ ਨੇ ਕਾਰਨ ਨਹੀਂ ਦੱਸਿਆ, ਸਾਨੂੰ ਤਾਂ ਕੁੱਟ ਮਾਰਨ ਲੱਗ ਗਏ। ਜਦੋਂ ਜਾਨੂੰ ਮੈਂ ਆਪਦੇ ਦੂਏ ਘਰੋਂ ਇੱਧਰ ਉਹਨਾਂ ਨੇ ਆਇਆ ਵੀ ਪੁਲਿਸ ਐਂ ਕਰ ਰਹੀ ਆ, ਉਹਨਾਂ ਨੇ ਮੈਨੂੰ ਵੀ ਨਹੀਂ ਪੁੱਛਿਆ, ਮੈਂ ਉਹਨਾਂ ਨੂੰ ਪੁੱਛਿਆ ਵੀ ਬਹਿ ਕੇ ਪੁੱਛਣ ਦਾ ਤਾਂ ਗੱਲੇ ਕਰਨ ਦਾ ਟਾਈਮ ਹੀ ਨਹੀਂ ਦਿੱਤਾ ਜੀ। ਸਾਡੇ ਡੰਡੇ ਮਾਰੇ, ਮੇਰੇ ਆ ਹੱਥ ਦਾ ਮਾਰੀਆਂ ਸੱਟਾਂ ਪਤਾ ਹੀ ਨਹੀਂ ਲੱਗਿਆ, ਇੱਕ ਮੇਰੇ ਆਹ ਲੱਗੀ ਹੋਈ ਹੈ ਅੰਦਰ, ਆਹ ਮੂੰਹ ਸਾਰਾ ਦੁਖ ਰਿਹਾ ਜੀ, ਹੋਰ ਸੋਟੀਆਂ ਮਾਰੀਆਂ ਨੇ ਲੱਤਾਂ ਲੁੱਤਾਂ 'ਤੇ ਜੀ। ਅਤੇ ਉਦੋਂ ਕਿਹਦੇ ਨਾਲ ਕੁੱਟਮਾਰ ਹੋਈ? ਕੁੱਟਮਾਰ ਪਹਿਲਾਂ ਮੇਰੇ ਛੋਟੇ ਭਾਈ ਨੂੰ ਕੁੱਟਣ ਲੱਗੇ ਪਏ ਤੀ ਉਸੇ ਨੂੰ, ਫਿਰ ਉਹਦੇ ਘਰ ਵਾਲੀ ਨੂੰ ਕੁੱਟ ਰਹੇ ਤੇ ਵਿੱਚ ਉਹਦੀ ਗੁੜੀਆ ਛੋਟੀ ਜੀ 16 ਸਾਲ ਦੀ ਜੀ, ਉਹਨੂੰ ਬਹੁਤ ਕੁੱਟਿਆ ਜੀ ਉਹਨਾਂ ਨੇ ਥੱਪੜਾਂ ਨਾਲ, ਉਹਦੇ ਘਰ ਵਾਲੀ ਦੇ ਥੱਪੜ ਮਾਰੇ, ਫਿਰ ਛੋਟੀਆਂ ਮਾਰੇ, ਉਹਨਾਂ ਦੇ ਬਾਹਾਂ 'ਤੇ ਨਿਸ਼ਾਨ ਪਏ ਹੋਏ ਨੇ ਜੀ ਗਰਦਨ 'ਤੇ ਬੱਚੇ ਦੇ। ਉਹ ਪੁਲਿਸ ਲੈ ਕੇ ਆਏ ਤੇ 7 ਰੁਪਏ ਜਿਵੇਂ? ਨਾ ਜੀ ਨਾ, ਪੁਲਿਸ ਉਹਨਾਂ ਨੇ ਬਾਅਦ 'ਚ ਫਿਰ ਬੁਲਾਈ ਹੈ ਜੀ, ਜਦੋਂ ਸਾਡਾ ਪਿੰਡ ਇਕੱਠਾ ਵੀ ਇਹ ਕਿਉਂ ਨੇ ਸਿਵਲ ਵਰਦੀ, ਫਿਰ ਉਹਨਾਂ ਨੇ ਪੁਲਿਸ ਬੁਲਾਈ ਆ ਜੀ। ਉਹ ਵੀ ਉਹਨੇ ਇੱਕ ਬੰਦੇ ਨੇ ਸਾਨੂੰ ਅਸੀਂ ਆਇਡੈਂਟੀ ਕਾਰਡ ਮੰਗਣ 'ਤੇ ਸਾਨੂੰ ਕਿਸੇ ਨੇ ਆਇਡੈਂਟੀ ਕਾਰਡ ਨਹੀਂ ਦਿੱਤਾ ਜੀ, ਉਹ ਵੀ ਬਾਅਦ 'ਚ ਉਹਨਾਂ ਨੇ ਕੱਢਿਆ, ਜਿਹੜੇ ਲਵੇ ਆਇਡੈਂਟੀ ਕਾਰਡ ਵਰਦੀ 'ਚ ਤੀ ਇਕੱਲੇ ਨੇ ਵੀ ਮੈਂ ਵੀ ਮੇਰਾ ਆਇਡੈਂਟੀ ਕਾਰਡ ਹੈਗਾ ਵੀ ਆ ਸਾਡੀ ਵਰਦੀ ਆ, ਵੀ ਆ ਮੇਰਾ ਸਾਹਿਬ ਆ SHO ਆ ਜੀ। ਅਤੇ ਐਂ ਕਰਕੇ ਵੀ ਅਸੀਂ ਕਿਹਾ ਵੀ ਕੋਈ ਨਾ, ਸਾਨੂੰ ਤੁਸੀਂ ਪ੍ਰੂਫ ਦਿਖਾ, ਨਾ ਉਹਨਾਂ ਨੇ ਕੋਈ ਮਿਸਲਤੀ ਇਹਦੀ ਗ੍ਰਿਫਤਾਰੀ ਦੀ, ਨਾ ਉਹਨਾਂ ਨੇ ਕੋਈ ਕਾਗਜ਼ ਤੇਜ਼ ਕੇ ਵੀ ਕਾਗਜ਼ ਦਿਖਾ ਦਿਓ ਵੀ ਤੁਸੀਂ ਲੈ ਜਾਓ, ਅਸੀਂ ਕੋਈ ਨਹੀਂ ਰੋਕ ਸਕਦੇ। ਉਹਨਾਂ ਸਾਨੂੰ ਕੁਛ ਨਹੀਂ, ਉਹਨਾਂ ਸਾਡੇ ਨਾਲ ਸੁਣਵਾਈ ਕਰੀ। ਜਦੋਂ ਅਸੀਂ ਉਰੇ ਸਾਡੇ ਸੱਟਾਂ ਲੱਗੀਆਂ, ਅਸੀਂ ਸਦਰ 'ਚ ਆਏ, ਸਦਰ ਵਾਲਿਆਂ ਨੇ ਸਾਨੂੰ ਗੇਟ ਨਹੀਂ ਖੋਲ੍ਹਿਆ ਜੀ।
ਸਦਰ ਪੁਲਿਸ ਉੱਥੇ ਬਾਅਦ ਚ ਆ ਗਈ ਸੀ। ਨਹੀਂ ਉਹ ਵੀ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਬੁਲਾਈ ਜੀ, ਪਰ ਉੱਥੇ ਆ ਗਈ ਜਾਂ ਸਾਨੂੰ ਪਿੰਡੋਂ ਫੋਨ ਗਿਆ ਜੀ, ਸਾਨੂੰ ਨਹੀਂ ਪਤਾ ਜੀ। ਉਦੋਂ ਗਏ ਤੇ ਉਹ ਕਹਿੰਦੇ ਵੀ ਆਜੋ ਕੋਈ ਗੱਲ ਨਹੀਂ, ਜਿਹੜਾ ਰੌਲਾ ਤੁਹਾਡਾ ਸੀ ਸਦਰ 'ਚ ਨਿਬੇੜਾ। ਗਾਹਾਂ ਕੇ ਸਾਨੂੰ ਕੋਈ ਗੇਟ ਹੀ ਨਹੀਂ ਖੋਲ੍ਹਿਆ। ਜਦੋਂ ਅਸੀਂ ਆਪ ਦੀ ਵੀ ਕੰਪਲੇਂਟ ਲਿਖਾਉਣ ਵੀ ਸਾਡੇ ਨਾਲ ਧੱਕਾ ਮੁੱਕੀ ਹੋਈ ਆ, ਸਾਨੂੰ ਵੀ ਨਹੀਂ ਉਹਨਾਂ ਨੇ ਕੋਈ ਪੁੱਛਿਆ ਜੀ। ਜਿਹੜੇ ਕਿ ਤੁਸੀਂ ਕਹਿ ਰਹੇ ਪੁਲਿਸ ਮੁਲਾਜ਼ਮ ਵਰਦੀ ਤੁਸੀਂ, ਉਹ ਕਿੱਥੇ ਦਾ ਸੀਗਾ? ਉਹ ਮਲੋਹ ਦਾ ਥਾਣੇ ਦਾ ਜੀ। ਸਾਰੀ ਮਨੋਦ ਸੀ? ਪਤਾ ਨਹੀਂ, ਬਾਕੀ ਦੇ ਤੇ ਇੱਕ ਦਾ ਤਾਂ ਪਤਾ ਲੱਗਾ, ਉਹ ਵੀ ਉਹ ਤੋਂ ਪਤਾ ਲੱਗੇ ਵੀ ਉਹ ਮਲੋਹ ਦਾ ਜੀ, ਉਹਦੀ ਵਰਦੀ ਉਹਦੇ 'ਤੇ। ਜੇ ਪਿੰਡ ਨਾ ਇਕੱਠਾ ਹੁੰਦਾ ਤਾਂ ਤੁਹਾਨੂੰ ਮਾਰ ਵੀ ਸਕਦੇ? ਮਾਰ ਵੀ ਸਕਦੇ, ਸਾਨੂੰ ਸ਼ੂਟ ਤੇ ਉਹ ਕਰਦਾ ਸੀ ਜਿਹੜੇ ਇੱਕ ਉਹਦੇ ਨਾਲ ਤੇ ਜੀ, ਕਿਹੜਾ ਉਹ ਕਹਿੰਦਾ ਵੀ ਮੈਂ SHO ਤੇ ਜੀ, ਉਹ ਕਹਿੰਦਾ ਵੀ ਇਹਨਾਂ ਤੇ ਸ਼ੂਟ ਕਰ ਵੀ ਦੋ ਗੋਲੀ ਮਾਰਦਾ। ਉਹ ਸਾਨੂੰ ਧਮਕਾ ਰਿਹਾ ਸੀ। ਉਹਨਾਂ ਨੇ ਇੱਕ ਵਾਰੀ ਗੰਨ ਵੀ ਉਹ ਕਰੀ ਤੀ, ਜਦੋਂ ਸਾਡੇ ਲਵੇ ਉਹ ਐਵੇਂ ਕਿ ਵੀਡੀਓ ਨਹੀਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਆਹ ਕੁਛ ਹੋਣਾ ਜੀ। ਜਿੰਨਾ ਕੁ ਹੈਗਾ ਜੀ ਤੁਹਾਨੂੰ ਅਸੀਂ ਪ੍ਰੂਫ ਦੇਤਾ ਜੀ, ਸਾਡੇ ਨਾਲ ਧੱਕਾ ਮੁੱਕੀ ਹੋਈ ਹੈ ਜੀ। ਹੋਰ ਤਾਂ ਹੁਣ ਕੀ ਮੰਗ ਇਨਸਾਫ ਦੀ ਕਰਦੇ ਹਾਂ, ਸਾਡੇ ਤੇ ਨਜਾਇਜ਼ ਉਹ ਕਰ ਰਹੇ ਨੇ। ਹੁਣ ਉਦੋਂ ਬਾਅਦ 2 ਘੰਟੇ ਬਾਅਦ ਬੰਦੇ ਆ ਕੇ ਜੀ, ਜਦੋਂ ਨਾ ਹੋ ਗਏ ਇਹਨਾਂ ਦੇ ਸੱਟਾਂ ਲੱਗੀਆਂ ਜੀ, ਹੁਣ ਆਪਦੇ ਬੰਦੇ ਪਤਾ ਨਹੀਂ ਕੀ ਕਰਿਆ ਕੀ ਨਾ, ਉਹਦੇ 2 ਬੰਦੇ ਪਾਤੇ ਜੀ ਉਹਨਾਂ ਨੇ ਲਿਆ ਕੇ। ਮੁਲਾਜ਼ਮ ਹੈ, ਪੁਲਿਸ ਮੁਲਾਜ਼ਮ ਕੌਣ ਆ? ਪਤਾ ਨਹੀਂ ਜੀ, ਸਾਨੂੰ ਅਸੀਂ ਜਾਣਦੇ ਨਹੀਂ, ਸਿਵਲ ਵਰਦੀ 'ਚ ਨੇ ਜੀ। ਤੁਹਾਨੂੰ ਆ ਕੇ ਕੁੱਟਿਆ ਇੰਨਾ, ਤੁਹਾਡੇ ਤੇ ਕਿਹੜਾ ਕੋਈ ਕ੍ਰਿਮੀਨਲ ਕੇਸ ਹੈ ਕੋਈ ਇੱਦਾਂ? ਨਹੀਂ, ਕੋਈ ਕ੍ਰਿਮੀਨਲ ਸੰਸਥਾ ਆਪ ਵਜ੍ਹਾ ਹੀ ਨਹੀਂ ਸਾਨੂੰ ਦੱਸੇ ਜੀ। ਵੇਸ ਕੇ ਵੀ ਜੀ ਤੇ ਵਜ੍ਹਾ ਵੀ ਕੋਈ ਨਾ, ਅਸੀਂ ਭੇਜ ਦਿੰਦੇ ਹਾਂ ਕੋਈ, ਜੇ ਤੁਹਾਡੇ ਲਈ ਪ੍ਰੂਫ ਆ ਸਾਨੂੰ ਦੇ ਦਿਓ, ਅਸੀਂ ਤੁਹਾਡੇ ਨਾਲ ਤੋਰ ਦਿੰਦੇ ਹਾਂ। ਉਹ ਤਾਂ ਮੰਗਣ ਤੇ ਸਾਨੂੰ ਕੋਈ ਉਹਨਾਂ ਨੇ ਉਹ ਨਹੀਂ ਦਿੱਤਾ ਜੀ। ਸਵੇਰੇ ਚਾਹ ਪੀ ਰਹੇ ਸੀ ਤੇ ਅਚਾਨਕ ਹੀ ਪੁਲਿਸ ਵਾਲਿਆਂ ਨੇ ਆ ਕੇ ਜੀ ਮੇਰੇ ਘਰ ਵਾਲੇ ਮਤਲਬ ਬਾਹਰ ਗਏ ਉਹਨਾਂ ਨੂੰ ਦੇਖਣ ਵਾਸਤੇ, ਤੇ ਉਹਨਾਂ ਨੇ ਆਉਂਦੇ ਨੇ ਉਹਨਾਂ ਦਾ ਗਲ ਫੜ ਲਿਆ ਜੀ, ਕੁੱਟਣ ਲੱਗ ਗਿਆ ਕੇ ਜੀ। ਤੇ ਜੇ ਮੈਂ ਜਾ ਕੇ ਕਿਹਾ ਵੀ ਸਰ ਬਹਿ ਕੇ ਗੱਲ ਕਰ ਲਓ ਜੀ, ਦੱਸੋ ਸਹੀ ਕੀ ਹੋ ਗਿਆ, ਤਾਂ ਮੈਨੂੰ ਵੀ ਧੱਕਾ ਮਾਰਿਆ ਜੀ ਉਹਨਾਂ ਨੇ, ਤੇ ਕਾਫੀ ਜਣ ਜੀ ਕੁੱਟਿਆ ਮਾਰਿਆ ਜੀ ਉਹਨਾਂ ਨੇ ਮੇਰੇ ਘਰ ਵਾਲੇ ਨੂੰ। ਤੇ ਹਾਂਜੀ, ਫਿਰ ਮੇਰੀ ਗੁੜੀਆ ਆਈ ਜੀ, ਇਹਦੇ ਵੀ ਮਾਰਿਆ ਉਹਨਾਂ ਨੇ। ਹਾਂਜੀ। ਕੋਈ ਲੇਡੀ ਪੁਲਿਸ ਸੀਗੀ? ਨਾ ਜੀ, ਕੋਈ ਨਹੀਂ ਸੀ ਜੀ। ਹਾਂਜੀ। ਫਿਰ ਉਹਨਾਂ ਨੇ ਡੰਡੇ ਨਾਲ ਚੱਕ ਕੇ ਜੀ ਮਾਰਨ ਲੱਗ ਗਏ, ਡੰਡੇ ਮਾਰੇ, ਗੁੜੀਆ ਦੇ ਮਾਰ ਰਹੇ ਸੀ। ਫਿਰ ਜੀ ਇਹਨਾਂ ਦੇ ਲੱਗੇ, ਦੇ ਡੈਡੀ ਦੇ ਬੜੇ ਦੇ ਸੱਟ ਲੱਗੀ ਜੀ, ਡੰਡਾ ਮਾਰੇ ਦੀ ਗੁੜੀਆ ਦੇ। ਤੁਹਾਡੇ ਘਰ ਵਾਲੇ ਤੇ ਕੋਈ ਕੇਸ ਚੱਲਦਾ ਵਾ? ਹਾਂਜੀ, ਕੇਸ ਚੱਲਦਾ ਜੀ ਉਹਨਾਂ ਦਾ, ਜਾਲੂਆਂ ਬਾਰੇ ਕੋਈ ਚੱਲਦਾ। ਅੱਛਾ। ਹਾਂਜੀ। ਕੋਈ ਹਾਈ ਕੋਰਟ ਵੀ ਪਹੁੰਚੇ ਤੇ ਇਹ ਮੈਟਰ? ਹਾਂਜੀ, ਮੈਨੂੰ ਜਾ ਕੇ ਆਏ ਸੀ ਜੀ, ਤਰੀਕ ਚੱਲ ਰਹੀ ਆ, ਮਤਲਬ ਹੁਣ ਜਿੱਦਾਂ ਹੁਣ ਅੱਜ ਕਰਿਆ ਉਹਨਾਂ ਨੇ, ਕੁਛ ਵੀ ਨਹੀਂ ਆ ਕੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਉਹਦੇ ਬਾਰੇ। ਅਸੀਂ ਤਾਂ ਬੇਧਿਆਨੇ ਦੀ ਵੀ ਚੱਲ ਸਾਡਾ ਇਨਕੁਆਇਰੀ ਚੱਲ ਰਹੀ ਹੈ, ਕੋਈ ਗੱਲ ਨਹੀਂ, ਠੀਕ ਹੋ ਜਾਊਗਾ। ਤੇ ਉਹਨਾਂ ਨੇ ਜਦ ਗਏ ਬਾਹਰੇ ਬਸ ਜਦੀ ਜੀ ਗਲ ਫੜ ਲਿਆ ਉਹਨਾਂ ਦਾ, ਜਨ ਜੀ ਕੁੱਟਣ ਮਾਰਨ ਲੱਗ ਗਏ ਉਹਨਾਂ ਨੂੰ ਆ ਕੇ। ਹਾਂਜੀ, 5-7 ਜਾਣੇ ਸੀਗੇ, ਤੇ ਕੁਛ ਦੇ ਪਾਈ ਹੋਈ ਦੀ ਵਰਦੀਆਂ, ਕੁਛ ਦੇ ਬਿਨਾਂ ਵਰਦੀਆਂ ਤੋਂ ਵਿਦਆਊਟ ਤੋਂ। ਕਿਹਨੂੰ ਚੱਕਣ ਲੜਾਈ ਹੋਈ ਉੱਥੇ? SHO ਅਮਨਦੀਪ ਸਿੰਘ ਥਾਣਾ ਮਲੋਹ, ਦੋਸ਼ੀ ਕੁਲਦੀਪ ਸਿੰਘ PO ਹੈ, ਮੁਕੱਦਮਾ 94/17 ਅੰਡਰ ਸੈਕਸ਼ਨ 406 ਤੇ 420। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਦੀਆਂ ਹਦਾਇਤਾਂ ਦੇ ਆ ਵੀ ਇਹਨਾਂ ਨੂੰ 2 ਹਫ਼ਤਿਆਂ ਦੇ ਅੰਦਰ ਵਿੱਚ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਤੇ ਵੀ ਜੇ ਨਾ ਕੀਤਾ ਤਾਂ ਇਨਵੈਸਟੀਗੇਟਿਵ ਅਫਸਰ ਦੀ ਜਿਹੜੀ ਤਨਖਾਹ ਹੈ ਅਟੈਚ ਕੀਤੀ ਜਾਵੇ। ਉਹਨੇ ਇਸ ਮੁਕੱਦਮੇ ਸੰਬੰਧ ਵਿੱਚ ਅੱਜ ਉੱਥੇ ਰੇਡ ਕੀਤੀ ਤੇ ਦੋਸ਼ੀ ਉੱਥੇ ਹੈਗਾ ਜੀ। ਦੋਸ਼ੀ ਨੂੰ ਉਹਨਾਂ ਨੇ ਮੌਕੇ 'ਤੇ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਤੇ ਦੋਸ਼ੀ ਦੇ ਪਰਿਵਾਰ ਨੇ ਉਹਨਾਂ ਨਾਲ ਹੱਥੋਂ ਪਾਈ ਕੀਤੀ। ਮਾਮਲਾ ਕੀ ਤੇ ਸੀ? ਮੁਕੱਦਮਾ ਦਰਜ ਸੀ, ਉਹ 'ਚ ਲੈਣ ਵਾਸਤੇ ਗਏ ਸੀ ਉਹਨੂੰ। ਕਿਸ ਮਾਮਲੇ 'ਚ ਪਤਾ ਜੀ ਜਿਹੜਾ ਹੈਗਾ ਦੋਸ਼ੀ ਜਿਹੜਾ ਭਗੌੜਾ ਪਾਇਆ? ਦੋਸ਼ੀ ਦਾ ਮੁਕੱਦਮਾ ਨੰਬਰ 94/17 ਅੰਡਰ ਸੈਕਸ਼ਨ 420 406 ਦਾ ਉਹਨੂੰ ਆਰਡਰ ਦਿਖਾਇਆ ਗਿਆ ਬਕਾਇਦਾ ਵੀ ਕੀ ਉਹਦੇ ਆਰਡਰ ਨੇ, ਤੇਰੇ ਆ ਜੱਸਾ ਦਾ ਹੁਕਮ ਹੈ। ਕਹਿੰਦੇ ਲੇਡੀ ਕਾਂਸਟੇਬਲ ਵੀ ਨਹੀਂ ਸੀਗੀ ਨਾਲ, ਤੇ ਜਿਹੜੇ ਉਹਨਾਂ ਦੀ ਮਹਿਲਾਵਾਂ ਨੂੰ ਵੀ ਤੇ ਉਹਨਾਂ ਨੇ ਕਿਹੜਾ ਕੋਈ ਲੇਡੀ ਥੋੜੀ ਫੜਨਾ ਸੀ, ਉਹਦਾ ਬੰਦੇ ਨੂੰ ਲੈਣ ਗਏ ਸੀ। ਉਹਨਾਂ ਨੇ ਆਪਣੇ ਬਚਾਓ ਲਈ ਜਾਣਬੁੱਝ ਕੇ ਮਤਲਬ ਪੁਲਿਸ ਨਾਲ ਹੱਥੋਂ ਪਾਈ ਕੀਤੀ। ਔਰਤਾਂ ਨੂੰ ਉਹਦੇ ਹੱਥੋਂ ਪਾਈ ਕੀਤੀ ਪੁਲਿਸ ਨਾਲ, ਜਦੋਂ ਮਤਲਬ ਉੱਥੇ ਉਹ ਕਰਕੇ ਵੀ ਬਚਾਓ ਲਈ ਵੀ ਤਾਂ ਕਿ ਇਹਨੂੰ ਮਤਲਬ ਪੁਲਿਸ ਤੋਂ ਛਡਵਾਇਆ ਜਾ ਸਕੇ, ਭਜਾਇਆ ਸਹੀ, ਪੁਲਿਸ ਦੀ ਅਰੈਸਟ ਨਾ ਪਵੇ। ਲੋਕਲ ਪੁਲਿਸ ਨੂੰ ਤਲਾਹ ਦਿੱਤੀ ਗਈ ਸੀ? ਦਿੱਤੀ ਗਈ ਸੀ। ਹੁਣ ਕੀ ਕਾਰਵਾਈ ਕੀਤੀ ਗਈ? ਹੁਣ ਉਹਨਾਂ ਦੇ ਹੱਥੋਂ ਪਾਈ ਕਰਨ ਸੰਬੰਧੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 75 ਅੰਡਰ ਸੈਕਸ਼ਨ 341 353 186 332 224 225 511 148 49 ਤਹਿਤ ਜਿਹੜਾ ਉਹਦੇ ਪਰਿਵਾਰ ਦੇ ਖਿਲਾਫ ਹੈ। ਤੇ ਕੁਲਦੀਪ ਦਾਸ ਦੇ ਖਿਲਾਫ, ਮਲਕੀਤ ਦਾਸ, ਹਰੀਚੰਦ, ਪਰਮਿੰਦਰ ਕੌਰ ਤੇ ਗਗਨਦੀਪ ਗੁਲਾਮ ਜਿਹੜਾ SHO ਦੇ ਬਿਆਨ 'ਤੇ ਮੁਕੱਦਮਾ ਦਰਜ ਕਰਦਾ। ਉਹ ਹਸਪੀਟਲ ਦਾਖਲ ਹੈ, ਜਿਹੜੀ ਪਾਰਟੀ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੇ ਆਪਣੇ ਸੱਟਾਂ ਲੱਗੀਆਂ ਹੋਈਆਂ?
ਉਹ ਹੱਥੋਂ ਇਹਦੇ ਵਿੱਚ ਹੋ ਸਕਦਾ ਉੱਥੇ ਲੱਗੇ ਹੋਣ, ਜਦੋਂ ਪੁਲਿਸ ਨਾਲ ਉਹਨਾਂ ਨੇ ਉਹ ਕਰਿਆ ਤੇ ਹੋ ਸਕਦਾ ਉੱਥੇ ਕੋਈ ਗਿਰ ਗਿਆ ਹੋਵੇ ਜਾਂ ਆਪ ਕੋਈ ਉਹ ਹੋਵੇ, ਉਹ ਤਾਂ ਤਫਤੀਸ਼ ਦੇ ਵਿੱਚ ਜਦੋਂ ਆਊਗੀ ਗੱਲ ਫਿਰ ਪਤਾ ਲੱਗੂ। ਉੱਥੇ ਵੀਡੀਓ ਬਣੀਆਂ ਹੋਈਆਂ ਉਹਦੇ ਵਿੱਚ ਫੋਟੋ ਦੇ ਦਿਖਾਏ ਸਾਹਿਬ, ਉਹ ਵੀਡੀਓ ਬਾਰੇ ਮੈਨੂੰ ਪਤਾ नहीं है। नाभा में पहुंचे पूर्व मेंबर पार्लियामेंट और सीनियर अकाली नेता पिरो प्रेम सिंह चंदूमाजरा ने पत्रकारों के साथ बातचीत करते हुए केंद्र और पंजाब सरकार को जमकर घेरा। केंद्र सरकार पंजाब और हरियाणा के किसानों को और आड़तियों का नाखून मांस का रिश्ता खत्म करने और इस पर तुली हुई है। सीधे अदायगी के मामले को लेकर केंद्र सरकार के दबाव के नीचे आकर पंजाब सरकार ने केंद्र सरकार के आगे आत्मसमर्पण कर दिया है। यदि कानूनी लड़ाई लड़ रही होती तो आज किसान का ऐसा हाल नहीं होता। पंजाब सरकार की ओर से किसानों और आड़तियों को धोखे में रखा गया है। जब आज मंडियों में गेहूं की ढेरियां लग गई हैं तो केंद्र और पंजाब सरकार की तरफ से मिलकर निश्चित साजिश रची गई है। पंजाब के कटोरे बिल्कुल भी बारदाना और मंडियों में मुकम्मल प्रबंध नहीं है। चंदूमाजरा ने कहा कि बाहरी राज्य से गेहूं पंजाब में बिक रही है और पंजाब के किसानों की फसल खेतों में बेकार हो रही है। उन्होंने कहा कि धान और अब बाहरी राज्यों से गेहूं लाकर करोड़ों रुपए के हिसाब के साथ पंजाब सरकार लाभ कमा रही है। उन्होंने कहा कि केंद्र सरकार पंजाब का 800 करोड़ रुपए दबाए बैठी है। पंजाब सरकार केंद्र सरकार के आगे ये मसला नहीं उठा रही है। वहीं साझा अध्यापक मोर्चा की तरफ से अपनी मांगों को लेकर पटियाला में कैप्टन अमरिंदर की रिहाइश के बाहर रोष प्रदर्शन किया गया। इस दौरान पुलिस की तरफ से अध्यापकों पर लाठीचार्ज की घटना के बारे में चंदूमाजरा ने कहा कि कैप्टन की सरकार पंजाब में व्यापारी मुलाजिमों और हर एक वर्ग दुखी है। उन्होंने अध्यापकों पर लाठीचार्ज किया है। उन्होंने कहा कि एक तरफ तो पंजाब सरकार मुफ्त औरतों को सफर देने के बारे में बात कर रही है तो दूसरी तरफ बहनों और औरतों को पीट रही है। साथ ही आरटीआई के 131 करोड़ रुपए बकाया को लेकर चंदूमाजरा ने कहा कि पिछले साल 131 करोड़ रुपए पंजाब सरकार दबाई बैठी थी, जिसके कारण आरती छोड़कर भागने को तैयार थे, लेकिन सरकार इस बात का जवाब नहीं देना चाहती। वहीं कोटकपुरा गोली अध्याय और बरगाड़ी बेअदबी मामलों में जो फेंक कर इस मामले की जांच कर रही है उसे पंजाब हाईकोर्ट की तरफ से खारिज करने पर चंदूमाजरा ने कहा कि उन लोगों के खिलाफ इस मामले में जो भी कसूरवार हैं उन पर कार्रवाई की जाए, लेकिन अफसोस की बात है कि कैप्टन सरकार इन मामलों में भी फेल हुई है। मैं समझदा कि किड़ कढ़ण लई एक परेशानी खड़ी करन लई और किसानी ते आड़तियां दे विच मतभेद पैदा करन लई कांग्रेस दी जिहड़ी बीजेपी दी केंद्र दी सरकार आ, मोदी साहब दी सरकार ने जिहड़ी साजिश रची उहदा हिस्सा कैप्टन अमरिंदर सिंह भी बने। मुख मंत्री पंजाब दे सहयोग नाल जां सांढ गांढ नाल केंद्र नूं किसानां ते आड़तियां दा अहम मसला सिੱਧੀ अदायगी दा केंद्र के दबाव थले आन के मन्निया गया और आत्म समर्पण किया गया। मैं तो कह सकदा कि पंजाब की सरकार वालों केंद्र अगे जे दलील नाल गल कीती हुंदी, कानूनी लड़ाई लड़ी हुंदी, बादल साहब के समय किसान ते आड़तियां की आपसी सहमति का राह कढ़िया गया सी कानूनी सहारा लैके, ते वो तरीका साडे मंत्री जिहड़े गए दिल्ली वो कढ़ सकदे सी, पर इन्हां ने ना वो तरीका दसिया ना कोई दलील दी। केंद्र दे अगे पहली तनख्वाह ते ही काम करना मंजूर करके आड़तियां नूं ते हनेरे च रखिया। मैं कह सकदा धोखा दिता, फोके तीर चला के फोके दिलासे दे के आड़तियां नूं हनेरे च रख के डंग टपाया। हुण जदों कणक मंडियां विच आ गई, मंडियां विच ढेर लग गए, आड़तियां ते किसानां कोल होर कोई रस्ता ना रहा। मतलब ये ऐसे हालात बनाउण दे विच रल मिल के मैं समझदा गेम खेडी गई आ, एक दूजे नूं पास दे के खेड रहे ने। देखो ना तो बारदाना सी ना कोई बारदाना अज तक भी मंडियां विच पूरा नहीं पहुंचा होया, किसी महकमे दे पुछ लो, बारदाना है नहीं सी, प्रबंध है नहीं सी, ते केंद्र दे सहारा देण लई 10 दिन कणक दी खरीद लेट करती। जदों हरियाणे विच 1 तरीक तो खरीद शुरू सी ते पंजाब दे विच क्यों नहीं कीती गई। दूजा साडा दोष ये आ कि उत्तर प्रदेश ते बिहार मध्य प्रदेश तो कणक हज़ारां टन आके पंजाब दीआं मंडियां च गोडाउनां च लियाण के ढेर लाते, ते पंजाब दे किसान दी कणक जिहड़ी खेतां 'च रुल रही आ
ਪੰਜਾਬ ਦੇ ਕਿਸਾਨਾਂ ਦੀਆਂ ਟਰਾਲੀਆਂ ਫੜਾਂ ਵਿੱਚ ਮੰਡੀਆਂ ਵਿੱਚ ਖਾਲੀ ਵੀ ਨਹੀਂ ਹੋਣ ਦਿੱਤੀਆਂ ਜਾ ਰਹੀਆਂ। ਪੰਜਾਬ ਦੇ ਕਿਸਾਨਾਂ ਨੂੰ ਤਾਂ ਟੋਕਨ ਜਾਰੀ ਕਰਕੇ ਮਤਲਬ ਲਾਈਨਾਂ 'ਚ ਖੜ੍ਹੇ ਕੀਤਾ ਜਾ ਰਿਹਾ, ਅਤੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਟਰੱਕਾਂ ਦੇ ਟਰੱਕ ਲਿਆਣ ਕੇ ਮੰਡੀਆਂ ਵਿੱਚ ਢੇਰੀ ਕੀਤੇ ਜਾ ਰਹੇ ਨੇ। ਮਤਲਬ ਖੂਨ ਮੂੰਹ ਲੱਗ ਗਿਆ। ਝੋਨੇ ਦੇ ਸਮੇਂ ਵੀ ਕਰੋੜਾਂ ਰੁਪਈਆ ਖਾਇਆ। 14,000 ਕਰੋੜ ਦੀ ਤਾਂ ਲਿਮਟ ਇਨਕਰੀਜ਼ ਹੋਈ ਝੋਨੇ ਦੇ ਵਿੱਚ, ਜਦੋਂ ਕਿ ਏਰੀਆ ਜਿਹੜਾ ਸੀ ਬੁਆਈ ਦਾ ਉਹ ਘਟਿਆ। 1 ਲੱਖ ਹੈਕਟਰ ਏਰੀਆ ਘਟਿਆ ਸੀ ਝੋਨੇ ਦੀ ਬੁਆਈ ਦਾ ਪਿਛਲੀ ਵਾਰੇ, ਪਰ 58 ਲੱਖ ਟਨ ਉਤਪਾਦਨ ਵਧਾਤਾ, ਜਿਹਦੇ ਕਰਕੇ 14,000 ਕਰੋੜ ਰੁਪਏ ਦੀ ਲਿਮਟ ਹੋਰ ਵਧਾਉਣੀ ਪਈ। ਪਰ ਸ਼ਰੇਆਮ ਹੀ ਜਾਨੀ ਨੰਗੇ ਚਿੱਟੇ ਰੂਪ ਦੇ ਵਿੱਚ ਵਪਾਰ ਹੋਇਆ। ਕਾਂਗਰਸੀ MLA ਵਜ਼ੀਰਾਂ ਨੇ ਕੀਤਾ, ਅਫਸਰਸ਼ਾਹੀ ਨੇ ਰਲ ਕੇ ਕੀਤਾ, ਔਰ ਉਹਦਾ ਖਮਿਆਜ਼ਾ ਹੁਣ ਸ਼ੈਲਰਾਂ ਨੂੰ ਭੁਗਤਣਾ ਪੈ ਰਿਹਾ। ਉਹਦਾ ਖਮਿਆਜ਼ਾ ਹੁਣ ਅੱਗੇ ਨੂੰ ਕਣਕ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਭੁਗਤਣਾ ਪਏਗਾ। ਮੰਡੀਆਂ 'ਚੋਂ ਲਿਫਟਿੰਗ ਹੋਣੀ ਨਹੀਂ, ਸਪੇਸ ਹੈ ਹੀ ਨਹੀਂ। ਮਤਲਬ ਬੜੀ ਜ਼ਿਆਦਾ ਇਹ ਸਿਚੁਏਸ਼ਨ ਮਤਲਬ ਤਣਾਅ ਵਾਲੀ ਬਣਾਤੀ। ਇਹਦੇ ਪਿੱਛੇ ਕਿਸਾਨੀ ਸੰਘਰਸ਼ ਦੀ ਜਿਹੜੀ ਮਤਲਬ ਗੁੱਸਾ ਕਿਤੇ ਨਾ ਕਿਤੇ ਕੇਂਦਰ ਦਾ ਉਹ ਆ, ਔਰ ਉਹਦਾ ਸਾਥ ਦੇ ਰਹੀ ਆ ਕੈਪਟਨ ਸਰਕਾਰ। ਕੈਪਟਨ ਸਾਹਿਬ ਕਿਸੇ ਝੇਪ ਜਾਂ ਦਬਾਅ ਥੱਲੇ ਪੰਜਾਬ ਦਾ ਪੱਖ ਨਹੀਂ ਰੱਖ ਰਹੇ। ਦੇਖੋ 800 ਕਰੋੜ ਰੁਪਈਆ ਪੰਜਾਬ ਦਾ ਕੇਂਦਰ ਦੱਬੀ ਬੈਠਾ। ਪੰਜਾਬ ਨੂੰ RDF 1% ਲਾਉਣ 'ਤੇ ਦਬਾਅ ਪਾਇਆ ਜਾ ਰਿਹਾ, ਜਦੋਂ ਕਿ ਪੰਜਾਬ ਦੀ ਅਸੈਂਬਲੀ ਨੇ 3% ਕਾਨੂੰਨ ਪਾਸ ਕੀਤਾ ਹੋਇਆ RDF। ਕੇਂਦਰ ਧੱਕੇ ਨਾਲ ਕਹਿ ਰਿਹਾ 1% ਕਰੋ। ਮਤਲਬ ਸ਼ਰੇਆਮ ਕਿਸੇ ਦਬਾਅ 'ਤੇ ਝੇਪ 'ਚ 6 ਮਹੀਨੇ ਤੋਂ ਇਹ ਮਸਲਾ ਹੀ ਨਹੀਂ ਉਠਾਇਆ। ਹੁਣ ਜਦੋਂ ਸਿਰੇ 'ਤੇ ਆ ਗਈ ਗੱਲ, ਅਸੀਂ ਰੌਲਾ ਪਾਇਆ। ਹੁਣ ਇੱਕ ਮੀਟਿੰਗ ਕੀਤੀ ਆ, ਉਹ ਵੀ ਮੀਟਿੰਗ ਕੀਤੀ ਆ, ਕੋਈ ਦਬਾਅ ਨਹੀਂ ਪਾਇਆ। ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦਾ ਕੇਸ ਡਟ ਕੇ ਲੜਨਾ ਚਾਹੀਦਾ, ਨਹੀਂ ਤਾਂ ਰਸਤਾ ਨਵਾਂ ਪਾ ਰਿਹਾ। ਪੰਜਾਬ ਦੇ ਹਰ ਮਸਲੇ 'ਚ ਕੇਂਦਰ ਦਖਲ ਦੇ ਰਿਹਾ, ਔਰ ਪੰਜਾਬ ਨੂੰ ਬਿਲਕੁਲ ਘਸਿਆਰਾ ਅਤੇ ਕੇਂਦਰ ਦੇ ਸਹਾਰੇ ਛੱਡਣ ਲਈ ਜਿਹੜੇ ਮਨਸੂਬੇ ਨੇ ਉਹ ਪੂਰੇ ਤਿਆਰੀ 'ਚ ਨੇ। ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਕੈਪਟਨ ਸਾਹਿਬ ਨੂੰ। ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਆ, ਬਲਕਿ ਜਿਵੇਂ ਡਿੱਗੇ ਹੋਏ ਨੂੰ ਕੁੱਟੀ ਦਾ ਨਾ, ਉਸ ਤਰ੍ਹਾਂ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ। ਕਿਸਾਨੀ ਸੰਘਰਸ਼ 'ਚ ਰੁੱਝੇ ਹੋਣ ਦਾ ਫਾਇਦਾ ਲੈ ਰਿਹਾ ਸੈਂਟਰ ਵੀ ਅਤੇ ਪੰਜਾਬ ਸਰਕਾਰ ਵੀ। ਵੈਟ ਲਾਤਾ, ਪਹਿਲਾਂ ਵਧਾਤਾ, ਅਤੇ ਹੁਣ ਸੈਸ ਲਾਤਾ 25 ਪੈਸੇ ਪਰ ਲੀਟਰ ਪੰਜਾਬ ਨੇ। ਫਿਰ ਸਟੈਂਪ ਡਿਊਟੀ 'ਤੇ ਸੈਸ ਲਾਤਾ ਪੰਜਾਬ ਨੇ। ਮਤਲਬ ਕਿਸਾਨੀ 'ਤੇ ਮਾਰ ਦੋਹਰੀ ਪੈ ਰਹੀ ਆ, ਅਤੇ ਦੂਜੇ ਪਾਸੇ ਕੇਂਦਰ ਵੀ ਦੱਬੀ ਜਾ ਰਿਹਾ ਕੰਮ। ਉਹ ਹੁਣ ਖਾਦਾਂ ਮਹਿੰਗੀਆਂ ਕਰਨ ਲੱਗਿਆ। ਸਿੱਧੀ ਅਦਾਇਗੀ ਦੇ ਨਾਂ ਹੇਠ ਖਾਦਾਂ ਦੇ ਭਾਅ ਵਧਾਏ ਜਾ ਰਹੇ ਆ, ਔਰ ਸਿੱਧੀ ਅਦਾਇਗੀ ਦਾ ਮਤਲਬ ਹੋਏਗਾ ਵੀ ਲੋਕਾਂ ਵਿੱਚ ਭੇੜ ਹੋਣਗੇ, ਲੋਕਾਂ ਵਿੱਚ ਤਣਾਅ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ 70% ਜ਼ਮੀਨਾਂ ਜਿਹੜੀਆਂ ਤਕਸੀਮ ਨਹੀਂ ਹੋਈਆਂ ਪਈਆਂ, ਸਾਂਝੇ ਖਾਤੇ ਨੇ, ਅਤੇ ਲੋਕਾਂ ਦੀ ਆਪਸੀ ਲੜਾਈ ਹੋਏਗੀ। ਠੇਕੇਦਾਰ ਅਤੇ ਜ਼ਮੀਨ ਮਾਲਕਾਂ ਦੀ ਆਪਸ 'ਚ ਲੜਾਈ ਹੋਏਗੀ। NRI ਲਈ ਜ਼ਮੀਨਾਂ ਠੇਕੇ 'ਤੇ ਦੇਣੀਆਂ ਔਖੀਆਂ ਹੋ ਜਾਣਗੀਆਂ। ਯਾਨੀ ਕਾਫੀ ਸਮਾਜਿਕ ਉਥਲ ਪੁਥਲ ਦੇ ਵੀ ਚਾਂਸ ਨੇ, ਇਹ ਨਵੀਆਂ ਨੀਤੀਆਂ ਨਾਲ ਟਕਰਾਅ ਦੇ ਵੀ ਚਾਂਸ ਨੇ। ਜਿਹੜਾ ਏਕਾ ਬਣਿਆ ਸੀ, ਜਿਹੜਾ ਸੁਖਾਵਾਂ ਮਾਹੌਲ ਬਣਿਆ ਸੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਧੜੇਬੰਦੀ ਤੋਂ ਉੱਪਰ ਉੱਠ ਕੇ, ਮਤਲਬ ਸਾਰੇ ਮਤਭੇਦ ਭੁਲਾ ਕੇ ਇੱਕ ਮਾਨਵੀ ਕਦਰਾਂ ਕੀਮਤਾਂ ਦੇ ਤੌਰ 'ਤੇ ਲੋਕ ਇਕੱਠੇ ਹੋਏ ਸੀ, ਉਹ ਏਕੇ ਨੂੰ ਤੋੜਨ ਦੀ ਸਾਜ਼ਿਸ਼ ਹੋ ਰਹੀ ਹੈ। ਪਟਿਆਲਾ 'ਚ ਅੱਜ ਫਿਰ ਲਾਠੀਚਾਰਜ ਹੋਇਆ ਸਾਂਝਾ ਅਧਿਆਪਕ ਮੋਰਚਾ ਦੇ, ਕਿਵੇਂ ਦੇਖ ਲਓ? ਪਹਿਲਾਂ ਵੀ ਕਈ ਵਾਰ ਹੋ ਚੁੱਕਿਆ। ਦੇਖੋ, ਬੜੇ ਅਫਸੋਸ ਦੀ ਗੱਲ ਆ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਵਪਾਰੀ ਨੂੰ, ਕਿਸਾਨ ਨੂੰ, ਨੌਜਵਾਨ ਨੂੰ ਤਾਂ ਲੁੱਟਿਆ, ਤੰਗ ਪਰੇਸ਼ਾਨ ਕੀਤਾ ਹੀ ਆ, ਪਰ ਮੁਲਾਜ਼ਮ ਵਰਗ ਦੀਆਂ ਤਾਂ ਚੀਕਾਂ ਕਢਾਤੀਆਂ, ਮੁਲਾਜ਼ਮ ਵਰਗ ਦੇ ਤਾਂ ਹੱਥ ਖੜੇ ਕਰਾਤੇ। ਮਤਲਬ ਪਹਿਲੀ ਗੱਲ ਆ ਵੀ ਤਨਖਾਹ 'ਤੇ ਸੈਸ ਲਾਤਾ 200 ਰੁਪਏ, ਅਤੇ ਨੌਕਰੀਆਂ ਤੋਂ ਵਿਹਲੇ ਕਰਤਾ, ਨੌਕਰੀਆਂ ਦੇਣ ਦੀ ਥਾਂ ਘਰਾਂ ਨੂੰ ਤੋਰਤੇ। ਮਤਲਬ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਕੈਪਟਨ ਸਾਹਿਬ ਨੇ ਅੱਜ ਤੱਕ DA ਦੀ ਕਿਸ਼ਤ ਨਹੀਂ ਦਿੱਤੀ ਹੁਣ ਤੱਕ। 6ਵੇਂ ਵਿੱਤ ਪੇ ਕਮਿਸ਼ਨ ਦੀ ਕੋਈ ਸਿਫਾਰਿਸ਼ ਅੱਜ ਤੱਕ ਲਾਗੂ ਹੀ ਨਹੀਂ ਕੀਤੀ। ਸੋ ਜਿਹੜੇ ਜੇ ਮੁਲਾਜ਼ਮ ਆਪਣੇ ਹੱਕ ਮੰਗਦੇ ਆ ਤਾਂ ਉਹਨਾਂ ਨੂੰ ਡਾਂਗਾਂ, ਸੋਟੀਆਂ ਅਤੇ ਪਾਣੀ ਦੀਆਂ ਵਿਛਾੜਾਂ ਨਾਲ ਜਲੀਲ ਕੀਤਾ ਜਾਂਦਾ, ਪਰੇਸ਼ਾਨ ਕੀਤਾ ਜਾਂਦਾ। ਇੱਥੋਂ ਤੱਕ ਲੜਕੀਆਂ ਨੂੰ ਵੀ ਬੇਇੱਜ਼ਤ ਕੀਤਾ ਜਾਂਦਾ। ਇੱਕ ਪਾਸੇ ਮੁਫਤ ਬੱਸ ਸਫ਼ਰ ਦੀਆਂ ਗੱਲਾਂ ਔਰਤਾਂ ਨੂੰ ਕੀਤੀਆਂ ਜਾ ਰਹੀਆਂ, ਦੂਜੇ ਪਾਸੇ ਸਾਡੀਆਂ ਧੀਆਂ ਨੂੰ, ਸਾਡੀਆਂ ਭੈਣਾਂ ਨੂੰ ਡਾਂਗਾਂ ਨਾਲ ਪੁਲਿਸ ਜਿਹੜੀ ਕੁੱਟ ਰਹੀ ਆ ਔਰ ਬੇਇੱਜ਼ਤ ਕਰ ਰਹੀ ਆ ਪਟਿਆਲੇ ਮੋਤੀ ਮਹਿਲ ਦੇ ਸਾਹਮਣੇ, ਉਹ ਕਿਸੇ ਤੋਂ ਦੇਖਿਆ ਨਹੀਂ ਜਾ ਰਿਹਾ। ਅਤੇ ਬਹੁਤ ਵੱਡਾ ਰੋਸ ਅਤੇ ਵਿਦਰੋਹ ਹੈ ਮੁਲਾਜ਼ਮ ਵਰਗ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮਾਂ ਦੇ ਨਾਲ ਖੜ੍ਹਾ। ਸ਼੍ਰੋਮਣੀ ਅਕਾਲੀ ਦਲ ਇਸ ਜ਼ਬਰ ਅਤੇ ਨਿਆਂ ਦੇ ਵਿਰੁੱਧ ਆਵਾਜ਼ ਉਠਾਏਗਾ, ਔਰ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ
ਇਹ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ, ਜਨਤਕ ਜਥੇਬੰਦੀਆਂ ਨੇ, ਸਾਰੀਆਂ ਨੂੰ ਇਕੱਠੇ ਕਰਕੇ ਸਰਕਾਰ ਦੀਆਂ ਜਾਤੀਆਂ ਦੇ ਵਿਰੁੱਧ ਲਾਮਬੰਦ ਕਰੇਗਾ। 131 ਕਰੋੜ ਪੰਜਾਬ ਸਰਕਾਰ ਨੇ ਲਾਂਚ ਕੀਤਾ, ਪੁਰਾਣੀ ਅਦਾਇਗੀ ਹੈ। ਤੁਹਾਨੂੰ ਲੱਗਦਾ ਇਸ ਵਾਰ ਕਿਸਾਨ ਜਿਹੜਾ ਖੇਤਾਂ ਮੰਡੀਆਂ 'ਚ ਹੋਊਗਾ? ਦੇਖੋ ਪਹਿਲੀ ਗੱਲ ਤਾਂ ਇਹ ਵੀ 131 ਕਰੋੜ ਰੁਪਈਆ ਆੜ੍ਹਤੀਆਂ ਦਾ ਪਿਛਲੇ ਸਾਲ ਦਾ ਰੱਖੀ ਬੈਠੇ ਨੇ। ਆੜ੍ਹਤੀ ਛੱਡ ਕੇ ਭੱਜਣ ਨੂੰ ਤਿਆਰ ਬੈਠੇ ਨੇ, ਔਰ ਉਹ ਆੜ੍ਹਤੀ ਕਿਤੇ ਨਾ ਕਿਤੇ ਲੇਬਰ ਦਾ ਖਰਚਾ, ਆਪਣਾ ਤਲਾਈ ਦਾ ਖਰਚਾ ਕਿਸਾਨਾਂ 'ਤੇ ਪਾ ਕੇ ਆਪਸੀ ਸਹਿਮਤੀ ਨਾਲ 1 ਸਾਲ ਪਿਛਲਾ ਉਹਨਾਂ ਨੇ ਲੰਘਾਇਆ। ਹੁਣ 1 ਸਾਲ ਦਾ ਬਕਾਇਆ ਹੁਣ ਦੇ ਰਹੇ ਨੇ। ਮਤਲਬ ਇਹ ਪਹਿਲਾਂ ਤਾਂ ਇਸੇ ਗੱਲ 'ਤੇ ਜਵਾਬ ਦੇ ਨੇ ਵੀ 1 ਸਾਲ ਪੈਸਾ ਰੱਖਿਆ ਕਿਉਂ ਆ, ਅਤੇ ਹੁਣ ਅੱਗੇ ਨੂੰ ਇਹ ਦੇਣਗੇ ਵੀ ਕਿ ਨਹੀਂ ਦੇਣਗੇ। ਅਜੇ ਤਾਂ ਇਹ ਵੀ ਤਸੱਲੀ ਵਾਲੀ ਗੱਲ ਨਹੀਂ। ਅੱਜ ਵੀ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬਿਆਨ ਨੇ ਇੰਨੇ ਕੁ ਨੇ ਵੀ ਮੈਂ ਕਿਹਾ ਵਿੱਤ ਮੰਤਰੀ ਨੂੰ ਕੱਲ੍ਹ ਨੂੰ ਅਸੀਂ ਦੇਣਾ ਸ਼ੁਰੂ ਕਰਾਂਗੇ। ਦਿੰਦੇ ਨੇ ਕਿ ਨਹੀਂ ਦਿੰਦੇ ਨੇ, ਅਤੇ ਵੈਸੇ ਤਾਂ ਵਿਆਜ ਸਮੇਤ ਇਹਨਾਂ ਨੂੰ ਦੇਣਾ ਚਾਹੀਦਾ ਆੜ੍ਹਤ, ਤਾਂ ਕਿ ਜਿਹੜਾ ਸੰਭਾਲ ਹੋ ਸਕੇ ਫਸਲ ਦੀ। ਜਿਹੜਾ ਆੜ੍ਹਤੀ ਆ ਨਾ, ਇਹ ਕਿਸਾਨ ਦੀ ਫਸਲ ਦੀ ਸੰਭਾਲ ਕਰਦਾ, ਕੇਵਲ ਏਜੰਟੀ ਨਹੀਂ ਕਰਦਾ, ਇਹ ਸੰਭਾਲ ਵੀ ਕਰਦਾ। ਇੱਕ ਜਿਹੜਾ ਕੈਪਟਨ ਸਾਹਿਬ ਨੇ ਵੱਡਾ ਬਿਆਨ ਦਿੱਤਾ ਹੈਗਾ ਵੀ ਜਿਹੜੇ ਸੈਕਟਰ ਚੀਫ ਹਟਾਇਆ ਗਿਆ, ਜਿਹੜਾ ਸੈਕਟਰ ਦਾ ਚੀਫ ਹਟਾਇਆ ਗਿਆ ਗੁਰਦਾਨ ਚੰਦਰਗਾੜੀ ਕਰਦੇ, ਉਹ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਵੀ ਅਕਾਲੀ ਦਲ ਦਾ ਹੱਥ ਹੈ ਵਿੱਚ। ਇਹ ਅਕਾਲੀ ਦਲ ਦਾ ਹੱਥ ਕੀ ਹੋ ਸਕਦਾ? ਅਸੀਂ ਤਾਂ ਓਪਨ ਕਿਹਾ ਸੀ ਵੀ ਤੁਸੀਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਦੀ ਪਹਿਚਾਣ ਕਰੋ, ਉਹਨਾਂ ਜਿਹੜਾ ਕੋਈ ਕਸੂਰਵਾਰ ਆ ਉਹਨੂੰ ਸਜ਼ਾ ਦੀ ਵਿਵਸਥਾ ਕਰੋ। ਅਸੀਂ 4.5 ਸਾਲਾਂ ਤੋਂ ਰੌਲਾ ਪਾਈ ਜਾਂਦੇ ਹਾਂ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਜਾਂ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਮਨਸ਼ਾ ਨਹੀਂ ਹੈ। ਉਹਨਾਂ ਦਾ ਮਨਸ਼ਾ ਕੇਵਲ ਅਤੇ ਕੇਵਲ ਅਕਾਲੀ ਦਲ ਨੂੰ ਬਦਨਾਮ ਕਰਨ ਦਾ, ਉਹਦੇ 'ਚੋਂ ਰਾਜਸੀ ਰੋਟੀਆਂ ਸੇਕਣ ਦਾ। ਇਹ ਅਦਾਲਤ ਨੇ ਅਦਾਲਤ ਦੇ ਫੈਸਲੇ ਨੇ ਇਹ ਸਿੱਧ ਕਰਤਾ, ਉਹਦੇ 'ਚ ਅਕਾਲੀ ਦਲ ਦਾ ਹੱਥ ਹੋ ਹੀ ਨਹੀਂ ਸਕਦਾ। ਉਹ ਜਿਹੜਾ ਉੱਪਰਲੀ ਅਦਾਲਤ ਜਾਣਾ, ਇਹ ਵੀ ਮੈਂ ਸਮਝਦਾ ਇੱਕ ਕਿਸਮ ਦਾ ਮਸਲੇ ਨੂੰ ਲਮਕਾਉਣ ਵਾਲੀ ਗੱਲ ਆ। ਪੰਜਾਬ ਅੱਜ ਪੁੱਛਦਾ, ਲੋਕ ਅੱਜ ਪੁੱਛਦੇ ਆ ਵੀ 4.5 ਸਾਲ ਤੋਂ ਤੁਸੀਂ ਅੱਖਾਂ ਵਿੱਚ ਹੀ ਬੈਠੇ ਹੋ, ਅਤੇ ਤੁਸੀਂ ਮਤਲਬ ਐਡੇ ਵੱਡੇ ਜਿਹੜਾ ਇੱਕ ਮਤਲਬ ਭਾਵਨਾਤਮਕ ਮਾਮਲਾ, ਉਹਦੇ ਤੁਸੀਂ ਗੁਨਾਹਗਾਰਾਂ ਨੂੰ ਤੁਸੀਂ ਅੱਜ ਤੱਕ ਪਹਿਚਾਣ ਕੇ ਸਜ਼ਾ ਨਹੀਂ ਦੇ ਸਕੇ। ਬਾਦਲ ਸਾਹਿਬ ਦੇ ਸਮੇਂ ਸਾਨੂੰ ਜ਼ੋਰ ਪਾਇਆ ਗਿਆ ਸੀ ਨਾ ਲੋਕਾਂ ਵੱਲੋਂ ਵੀ ਤੁਸੀਂ CBI ਨੂੰ ਇਨਕੁਆਇਰੀ ਦਿਓ, ਤੁਹਾਡੇ 'ਤੇ ਸਾਨੂੰ ਵਿਸ਼ਵਾਸ ਨਹੀਂ, ਅਤੇ ਬਾਦਲ ਸਾਹਿਬ ਨੇ CBI ਨੂੰ ਇਨਕੁਆਇਰੀ ਦਿੱਤੀ। ਇਹਨਾਂ ਨੇ ਕਦੇ CBI ਨੂੰ ਦੇ ਦਿੱਤੀ ਇਨਕੁਆਇਰੀ, ਕਦੇ CBI ਤੋਂ ਲੈ ਲਈ ਇਨਕੁਆਇਰੀ। ਮਤਲਬ ਇਨਕੁਆਇਰੀਆਂ ਸੀਟਾਂ ਦੇ ਮਾਮਲੇ 'ਚ 3 ਤਾਂ ਸੀਟਾਂ ਬਣਾ ਲਈਆਂ ਹੁਣ ਤੱਕ। ਅਫਸਰ ਬਦਲਦੇ ਰਹੇ, ਅਫਸਰ ਹੀ ਮਤਲਬ ਪੋਲੀਟੀਕਲ ਬਿਆਨ ਦਿੰਦੇ ਰਹੇ। ਆਹ ਜਿਹੜਾ ਕੁੰਵਰ ਵਿਜੇ ਪ੍ਰਤਾਪ ਤੋਂ ਇਨਕੁਆਇਰੀ ਜਿਹੜੀ ਸੀਟ ਦੇ ਵਿੱਚੋਂ ਪਰੇ ਕਰਨ ਲਈ ਕਿਹਾ, ਇਹ ਕੋਈ ਵਿਅਕਤੀ ਕਰਕੇ ਨਹੀਂ ਕਿਹਾ, ਇਹ ਸਿਰਫ ਉਹਦੇ ਵੱਲੋਂ ਪੋਲੀਟੀਕਲ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਸੀ, ਸ਼ਾਇਦ ਉਹਦਾ ਨੋਟਿਸ ਲਿਆ ਹੋਵੇ ਅਦਾਲਤ ਨੇ, ਜੋ ਮੈਨੂੰ ਲੱਗਦਾ। ਬਾਕੀ ਤਾਂ ਫੈਸਲਾ ਹੁਣ ਤੇ ਪਤਾ ਲੱਗੇਗਾ ਵੀ ਕੀ ਗੱਲ ਹੈ। ਕੈਪਟਨ ਸਾਹਿਬ ਤਾਂ ਜਦੋਂ ਸੱਤਾ 'ਚ ਆਏ ਉਹ ਵੀ ਕਹਿ ਰਹੇ ਸੀ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ 2 ਮਹੀਨਿਆਂ 'ਚ ਕਰ ਦਾਂਗੇ। 4.5 ਸਾਲ ਦਾ ਅਰਸਾ ਬਹੁਤ ਹੁੰਦਾ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਕੋਤਾਹੀ ਵਰਤੀ ਗਈ ਹੈ ਜਾਂ ਕਿ ਮਿਲੀ ਭੁਗਤ ਲੱਗ ਗਈ? ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦਾ ਕੀ ਕਹਿਣਾ, ਇਹਨਾਂ ਤਾਂ ਪਾਣੀ ਵੀ ਗੰਧਲਾਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮਤਲਬ ਕਿਸੇ ਪਾਸੇ ਜਿਹੜੀ ਇਨਕੁਆਇਰੀ ਸੀ, ਜਾਂਚ ਸੀ, ਕਿਸੇ ਪਾਸੇ ਲੱਗਣੇ ਨਹੀਂ ਦਿੱਤੀ, ਤੁਰਨੇ ਨਹੀਂ ਦਿੱਤੀ। ਲੱਗਣੀ ਤਾਂ ਕੀ ਸੀ ਕਿਸੇ ਪਾਸੇ। ਸੋ ਬੜੇ ਅਫਸੋਸ ਦੀ ਗੱਲ ਆ ਵੀ ਐਸੇ ਜਿਹੜੇ ਧਾਰਮਿਕ ਅਤੇ ਭਾਵਨਾਤਮਕ ਮਾਮਲੇ ਨੇ, ਉਹਨਾਂ ਵਿੱਚੋਂ ਰਾਜਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਇਹਨਾਂ ਵਿੱਚ ਨਿਰਪੱਖਤਾ ਨਾਲ ਮਤਲਬ ਸਰਕਾਰ ਨੂੰ ਫੈਸਲੇ ਕਰਨੇ ਚਾਹੀਦੇ ਨੇ, ਅਮਲ ਕਰਨੇ ਚਾਹੀਦੇ ਨੇ। ਕਾਂਗਰਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਸਿੱਧੂ ਜਿਹੜਾ ਹੈਗਾ ਦਰਕਿਨਾਰੇ ਹੋਈ ਜਾ ਰਿਹਾ ਦਿਨੋਂ ਦਿਨ, ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਕੀ ਸਮੀਕਰਨ ਲੱਗਦਾ? ਦੇਖੋ ਸਿੱਧੂ ਦਾ ਤਾਂ ਆਪ ਦਾ ਮਾਮਲਾ, ਇਹ ਤਾਂ ਰਾਜਸੀ ਖੇਤਰ 'ਚ ਹਰ ਬੰਦੇ ਨੇ ਆਪਦੀ ਪਾਰਟੀ ਚੁਣਨੀ, ਆਪਣਾ ਖੇਤਰ ਚੁਣਨਾ, ਉਹਨਾਂ ਲਈ ਖੁੱਲ੍ਹਾ। ਸਾਨੂੰ ਤਾਂ ਉਹਦੇ ਨਾਲ ਕੋਈ ਇਸ ਲਗਾ ਦੇਗਾ ਨਹੀਂ ਇਸ ਮਸਲੇ 'ਚ ਵੀ ਉਹ ਕਾਂਗਰਸ ਨਾਲ ਰਹਿੰਦੇ ਨੇ ਜਾਂ ਕਾਂਗਰਸ ਨੂੰ ਛੱਡਦੇ ਨੇ। ਇਹ ਤਾਂ ਉਹਨਾਂ ਦਾ ਆਪਦਾ ਨਿੱਜੀ ਮਾਮਲਾ। ਬਾਦਲ ਸਾਹਿਬ ਵੱਲੋਂ ਲਗਾਤਾਰ ਅਨਾਉਂਸ ਕੀਤੇ ਜਾ ਰਹੇ ਨੇ ਟਿਕਟਾਂ, 6 ਟਿਕਟਾਂ ਅਨਾਉਂਸ ਵੀ ਕਰਕੇ, ਕਿਸ ਤਰ੍ਹਾਂ ਲੱਗ ਰਿਹਾ ਆਉਣ ਵਾਲੇ ਟਾਈਮ 'ਚ? ਦੇਖੋ ਗੱਲ ਇਹ ਆ ਵੀ ਅਜੇ ਭਾਵੇਂ ਚੋਣਾਂ ਦਾ ਤਾਂ ਅਜੇ ਮਾਹੌਲ ਨਹੀਂ ਹੈ, ਅਜੇ ਤਾਂ ਸੰਘਰਸ਼ ਦਾ ਸਮਾਂ, ਅਜੇ ਤਾਂ ਲੜਾਈ ਲੜ ਰਹੇ ਅਸੀਂ, ਅਜੇ ਤਾਂ ਜੱਦੋ-ਜਹਿਦਾਂ ਵਿੱਚ ਸ਼ਾਮਲ ਆ ਲੋਕ ਵੀ, ਅਕਾਲੀ ਦਲ ਵੀ, ਔਰ ਲੋਕਾਂ ਦੇ ਮਸਲੇ ਖਾਸ ਤੌਰ 'ਤੇ ਹੁਣ ਕਿਸਾਨੀ ਦੇ ਮਸਲੇ, ਫਿਰ ਅਦਾਲਤਾਂ ਦੇ ਮਸਲੇ, ਮੁਲਾਜ਼ਮਾਂ ਦੇ ਮਸਲੇ, ਬਿਜਲੀ ਕਿੰਨੀ ਮਹਿੰਗੀ ਕਰਤੀ, ਹਾਹਾਕਾਰ ਮਚੀ ਹੋਈ ਆ, ਬਿਜਲੀ ਦੇ ਬਿੱਲ ਕਿੰਨੇ ਆ ਰਹੇ ਨੇ।
ਔਰ ਇਸੇ ਤਰ੍ਹਾਂ ਦਲਿਤਾਂ ਦੇ ਬੱਚਿਆਂ ਦੇ ਵਜ਼ੀਫੇ ਦੱਬੀ ਬੈਠੀ ਆ ਕਰੋੜਾਂ ਰੁਪਏ ਪੰਜਾਬ ਦੀ ਸਰਕਾਰ। ਅੱਜ ਤਾਂ ਲੋੜ ਆ ਸਾਨੂੰ ਲੋਕਾਂ ਦੇ ਮਸਲੇ ਹੱਲ ਕਰਾਉਣ ਦੀ, ਲੋਕਾਂ ਦੇ ਮਸਲੇ ਹੱਲ ਲੈ ਕੇ ਸੜਕਾਂ 'ਤੇ ਆਉਣ ਦੀ। ਹੁਣ ਜੇ ਕਣਕ ਨਾ ਖਰੀਦੀ ਗਈ ਸੜਕਾਂ 'ਤੇ ਆਉਣਾ ਪਏਗਾ। ਜੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਆਪਸੀ ਸਹਿਮਤੀ ਨਾਲ ਕੋਈ ਰਸਤਾ ਨਾ ਕੱਢਿਆ ਤਾਂ ਵੀ ਸੜਕਾਂ 'ਤੇ ਆਉਣਾ ਪਏਗਾ। ਅਜੇ ਸਾਡੇ ਸਾਹਮਣੇ ਚੁਣੌਤੀਆਂ ਨੇ। 800 ਕਰੋੜ ਜੇ ਨਾ ਲੈਣ ਲਈ ਪੰਜਾਬ ਦੀ ਕਾਂਗਰਸ ਨੇ ਹਿੰਮਤ ਨਾ ਕੀਤੀ, ਪੰਜਾਬ ਦੀ ਕੈਪਟਨ ਸਰਕਾਰ ਨੇ ਜੇ ਕੋਈ ਯਤਨ ਨਾ ਕੀਤੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵਿੱਢ ਵੱਢਣਾ ਪੈ ਸਕਦਾ, ਮੋਰਚਾ ਲਾਉਣਾ ਪੈ ਸਕਦਾ ਕੇਂਦਰ ਦੇ ਵਿਰੁੱਧ, ਕਿਉਂਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨੀ ਆ। ਅਸੀਂ ਆਹ ਨਵਾਂ ਰਸਤਾ ਜਿਹੜਾ ਸਾਡੇ ਅਧਿਕਾਰ ਖੇਤਰ ਵਿੱਚ ਕੇਂਦਰ ਦੇ ਰਿਹਾ ਦਖਲ, ਸਵਾਲ 800 ਕਰੋੜ ਦਾ ਨਹੀਂ, ਸਵਾਲ ਤਾਂ ਇਹ ਨਵਾਂ ਰਸਤਾ ਪਾਉਣ ਦਾ, ਨਵੀਆਂ ਪਿਰਤਾਂ ਪਾਉਣ ਦਾ, ਸਾਡੇ ਹੱਕ ਖੋਹਣ ਦਾ। ਸੋ ਅਸੀਂ ਇਹ ਲੜਾਈ ਲੜਾਂਗੇ। ਸੋ ਅਜੇ ਚੋਣਾਂ ਦੂਰ ਨੇ, ਨਾ ਚੋਣਾਂ ਦੀ ਕੋਈ ਅਜੇ ਉਸ ਤਰ੍ਹਾਂ ਦੀ ਗੱਲ ਆ। ਇਹ ਜਿਹੜੇ ਕੋਈ ਉਮੀਦਵਾਰ ਐਲਾਨੇ ਵੀ ਗਏ ਨੇ, ਇਹ ਤਾਂ ਇੱਕ ਕਈ ਵਾਰ ਮੌਕੇ 'ਤੇ ਇਸ ਤਰ੍ਹਾਂ ਦੀ ਗੱਲ ਕੁਹਾ ਲੈਂਦੇ ਨੇ ਲੋਕ, ਪਰ ਫਾਰਮਲ ਤੌਰ 'ਤੇ ਅਜੇ ਚੋਣਾਂ ਦਾ ਉਮੀਦਵਾਰ ਕਿਹੜੇ ਐਲਾਨੇ ਜਾਣੇ ਆ, ਕਿਵੇਂ ਚੋਣ ਲੜਨੀ ਆ, ਇਹ ਤਾਂ ਅਜੇ ਸਮਾਂ ਆਉਣ 'ਤੇ ਹੀ ਹੋਊਗਾ। फरीदकोट शहर को हरा भरा बनाने में जुटी सीड सोसाइटी ने आज सुबह कोटकपुरा रोड पर डिप्टी कमिश्नर के आवास के बाहर सांकेतिक धरना दिया और साफ सफाई के नाम पर पौधों को आग लगाने की घटनाओं को लेकर रोष जताया। धरने की सूचना मिलते ही एडीसी गुरजीत सिंह मौके पर पहुंचे और सोमवार को मीटिंग करके उचित कदम उठाए जाने का आश्वासन दिया। इस मौके पर सीड सोसाइटी के मेंबर्स ने बताया कि पिछले कुछ दिनों से साफ सफाई के नाम पर पत्तों को इकट्ठा कर उन्हें उठाने के बजाय उन्हें आग लगाई जा रही है। इसके चलते उनके द्वारा लगाए गए पौधे भी आग की चपेट में आकर जल रहे हैं। ऐसी घटनाएं लगातार सामने आ रही हैं। इस मामले की जानकारी दिए जाने पर प्रशासन कोई कदम नहीं उठा रहा। कुछ दिनों के दौरान नेहरू स्टेडियम, आरा मार्केट, कचहरी रोड, नहरों के आसपास साफ सफाई करके घास फूस को आग लगाई गई, जिसके आसपास के पौधों का भी जल गए। उन्होंने कहा कि उनकी संस्था वातावरण प्रेमियों के साथ मिलकर शहर को हरा भरा बनाने में जुटी है। सिर्फ पौधे ही नहीं लगा रही बल्कि उनको संभाल भी रही है। अब करीब 4-5 साल की मेहनत के बाद संभले पौधे आग की भेंट चढ़ गए और कुछ लोगों की लापरवाही उनकी मेहनत पर पानी फेर रही है, जिसे सहन नहीं किया जाएगा। इस मौके पर आश्वासन देने पहुंचे एडीसी गुरजीत सिंह ने कहा कि कल इनको दफ्तर में बुलाया गया है। सारी स्थिति को समझने के बाद जो भी कार्रवाई होगी वो की जाएगी। ਸਵੇਰੇ ਸਵੇਰੇ ਉੱਠ ਕੇ ਸਾਡਾ ਰੋਜ਼ ਦਾ ਕੰਮ ਹੈ। ਅਸੀਂ ਸਾਰੇ ਕੰਮਾਂ ਕਾਰ ਵਾਲੇ ਆ, ਕੋਈ ਬਿਜ਼ਨਸਮੈਨ ਹੈ, ਕੋਈ ਜੌਬ ਵਾਲਾ ਹੈ। ਅਸੀਂ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਬੂਟਿਆਂ ਦੀ ਸੇਵਾ ਕਰਨ ਜਾਂਦੇ ਆ, ਬੂਟੇ ਲਾਉਣ ਜਾਂਦੇ ਆ। ਤੁਹਾਡੇ ਸਾਹਮਣੇ ਇੱਧਰ ਸਾਰੇ ਬੈਠੇ ਆ ਲੋਕ। ਇਹ ਰੋਜ਼ ਤਾਂ ਜੋ ਫਰੀਦਕੋਟ ਨੂੰ ਹਰਾ ਭਰਾ ਸੁੰਦਰ ਬਣਾਇਆ ਜਾ ਸਕੇ, ਪਰ ਰੋਜ਼ 4-5 ਦਿਨ ਤੋਂ ਇਹ ਦੇਖਿਆ ਜਾ ਰਿਹਾ ਜਿੱਥੇ ਜਾਂਦੇ ਆ ਉੱਥੇ ਹੀ ਸਾਡੇ ਬੂਟਿਆਂ ਨੂੰ ਅੱਗ ਲਾਈ ਪਈ ਹੁੰਦੀ ਹੈ। ਕੰਮ ਇੱਕ ਛੋਟਾ ਜਿਹਾ ਸਫਾਈ ਜਿਹੜਾ ਕਰਨ ਵਾਲਾ ਕੰਮ ਹੈ ਪ੍ਰਸ਼ਾਸਨ ਦਾ, ਵੀ ਹਰ ਪਾਸੇ ਸਫਾਈ ਰੱਖਣੀ ਹੈ। ਉੱਥੇ ਜਿਹੜਾ ਕੂੜਾ ਕਰਕਟ ਦਾ ਢੇਰ ਹੈ ਉਹਨੂੰ ਇਕੱਠਾ ਕਰਕੇ ਅੱਗ ਲਾ ਦਿੱਤੀ ਜਾਂਦੀ ਹੈ, ਜਦੋਂ ਕਿ ਉਹਨੂੰ ਸਹੀ ਥਾਂ 'ਤੇ ਪਹੁੰਚਾਉਣ ਦੀ ਥਾਂ ਅੱਗ ਲਾਉਣ, ਜਦੋਂ ਅੱਗ ਲਾਉਂਦੇ ਹੈ ਤੇ ਨਾਲ ਬੂਟੇ ਸਾੜੇ ਜਾ ਰਹੇ ਹੈ। ਪਿਛਲੇ ਹਫ਼ਤੇ ਲਗਭਗ 100 ਤੋਂ ਵੱਧ ਬੂਟਾ ਸੜ ਗਿਆ। 3 ਸਾਲ ਤੋਂ 5 ਸਾਲ ਤੱਕ ਦੇ ਬੂਟੇ ਜਿਹੜੇ ਮਿਹਨਤ ਨਾਲ ਪਾਲੇ ਹੁੰਦੇ ਹੈ। ਤੁਹਾਨੂੰ ਵੀ ਪਤਾ ਹੈ ਵੀ ਬੂਟੇ ਲਾਉਣਾ ਬੜਾ ਸੌਖਾ ਕੰਮ ਹੈ, ਪਰ ਬੂਟੇ ਨੂੰ ਪਾਲਣਾ ਸਭ ਤੋਂ ਵਧੀਆ ਔਖਾ ਕੰਮ ਹੈ। 5-5 7-7 ਸਾਲ ਲੱਗ ਜਾਂਦੇ ਆ ਬੂਟੇ ਦੇ ਪਿੱਛੇ ਫੋਲੋਅਪ ਕਰਨੇ। ਫਰੀਦਕੋਟ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨਾਂ ਸਾਥੀਆਂ ਨੇ, ਸੀਡ ਸੁਸਾਇਟੀ ਵਾਲੇ ਸਾਥੀਆਂ ਨੇ ਲਗਾਤਾਰ ਮਿਹਨਤ ਕਰਕੇ ਬੂਟਿਆਂ ਨੂੰ ਏਡਾ ਵੱਡਾ ਕੀਤਾ ਤਾਂ ਜੋ ਫਰੀਦਕੋਟ ਨੂੰ ਹਰਿਆਵਲ ਵਜੋਂ ਪੰਜਾਬ 'ਚ ਅੱਗੇ ਲਿਆਏ ਆ ਸਕੇ। ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ। ਪਹਿਲੇ ਦਿਨ ਲੱਗੀ ਪ੍ਰਸ਼ਾਸਨ ਨਾਲ ਪਹੁੰਚ ਕੀਤੀ, ਦੂਜੇ ਦਿਨ ਲੱਗੀ, ਤੀਜੇ ਦਿਨ ਲੱਗੀ, ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ, ਵੀਡੀਓਜ਼ ਘੁੰਮ ਰਹੀਆਂ ਨੇ, ਸਾਰਾ ਕੁਝ ਪ੍ਰਸ਼ਾਸਨ ਕੋਲੇ। ਇਸ ਦਫ਼ਤਰ ਦੇ ਮੂਹਰੇ, ਇਸ ਦਫ਼ਤਰ ਨੂੰ ਪੁੱਛ ਕੇ ਇਸ ਸ਼ਹਿਰ ਦੇ ਵਿੱਚ ਪੱਤਾ ਹਿਲਦਾ ਤੇ ਅੱਜ ਸਵੇਰੇ ਜਦੋਂ ਆਏ ਤਾਂ ਇਹ ਪੁਲਿਸ ਲਾਈਨ ਦੇ ਅੱਗੇ ਫੇਰ ਅੱਗ ਲੱਗੀ ਪਈ ਹੈ। ਇਹਨਾਂ ਦੇ ਨੱਕ ਦੇ ਥੱਲੇ ਕੋਈ ਅੱਗ ਲਾ ਗਿਆ ਤੇ ਇਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈ। ਸਾਨੂੰ ਪੁੱਛਦੇ ਆ ਵੀ ਕਿਹਨੇ ਲਾਈ ਹੈ, ਅਸੀਂ ਤਾਂ ਇਹ ਕਹਿੰਦੇ ਪ੍ਰਸ਼ਾਸਨ ਦੱਸੇ ਕਿਹਨੇ ਲਾਈ ਹੈ। ਇਹ ਪ੍ਰਸ਼ਾਸਨ ਦਾ ਕੰਮ ਹੈ, ਪ੍ਰਸ਼ਾਸਨ ਨੇ ਦੇਖਣਾ ਹੈ। ਪ੍ਰਸ਼ਾਸਨ ਦਾ ਇਹ ਕੰਮ ਹੈ ਬੂਟੇ ਲਾਵੇ ਥਾਂ ਥਾਂ, ਫਰੀਦਕੋਟ ਨੂੰ ਹਰਿਆਵਲ ਵਜੋਂ ਅੱਗੇ ਲਿਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ ਵੀ ਸੱਚੀ ਮੁੱਚੀ ਫਰੀਦਕੋਟ ਹਰਿਆਲਾ ਸ਼ਹਿਰ ਹੈ। ਇਹ ਕੰਮ ਸੀਡ ਸੁਸਾਇਟੀ ਕਰ ਰਹੀ ਹੈ, ਪਿਛਲੇ 15 ਸਾਲ ਤੋਂ ਕਰ ਰਹੀ ਹੈ। ਪ੍ਰਸ਼ਾਸਨ ਦਾ ਕੰਮ ਸੁਸਾਇਟੀ ਕਰ ਰਹੀ ਹੈ ਤੇ ਪ੍ਰਸ਼ਾਸਨ ਉਸ ਤੋਂ ਉਲਟ ਕੰਮ ਕਰ ਰਿਹਾ ਹੈ, ਸੁਸਾਇਟੀ ਦੇ ਕੀਤੇ ਹੋਏ ਕੰਮਾਂ ਨੂੰ ਅੱਗ ਲਾ ਰਿਹਾ ਹੈ। ਉਹ ਕਹਿੰਦੇ ਨੇ ਵੀ ਮੇਰੇ ਕੀਤੇ ਕਰਾਏ ਕੰਮ ਤੇ ਪਾਣੀ ਪਾ ਦੇਣਾ, ਪਰ ਨਹੀਂ, ਇਹ ਪਾਣੀ ਨਹੀਂ ਪਾਉਂਦੇ, ਇਹ ਅੱਗ ਲਾਉਂਦੇ ਆ। ਇਹ ਪ੍ਰਸ਼ਾਸਨ ਲਗਾਤਾਰ ਪਿਛਲੇ 5 ਦਿਨਾਂ ਤੋਂ ਐਂ ਕਰ ਰਿਹਾ ਹੈ। ਅਸੀਂ ਜਦੋਂ ਆਏ ਤਾਂ ਸਾਨੂੰ ਪਤਾ ਲੱਗਿਆ ਵੀ ਇੱਥੇ ਪੁਲਿਸ ਲਾਈਨ ਤੇ ਅੱਗ ਲੱਗੀ ਵੀ ਹੈ। 5:45 ਵਜੇ ਇੱਥੇ ਬੈਠੇ ਆ। ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਫੋਨ ਤੇ ਸੰਪਰਕ ਹੋਇਆ ਲਗਾਤਾਰ। ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਅੱਗੇ ਤੋਂ ਲੱਗਦੀ ਸੀਗਾ, ਠੀਕ ਹੈ ਅੱਗੇ ਤੋਂ ਲੱਗਦੀ, ਪਰ ਸਾਨੂੰ ਕੋਈ ਅਧਿਕਾਰੀ ਆ ਕੇ ਮਿਲੇ ਸਹੀ, ਇਹ ਆਸ਼ਵਾਸਨ ਦੇਵੇ। ਤੇ ਉਸੇ ਹੀ ਗੱਲ ਦੇ ਤਹਿਤ ਹੁਣ ਏਡੀਸੀ ਸਾਹਿਬ ਸਾਡੇ ਕੋਲ ਆਏ ਆ। ਉਹਨਾਂ ਨੇ ਸਾਨੂੰ ਕਿਹਾ ਵੀ ਕੱਲ੍ਹ ਨੂੰ ਆ ਕੇ ਮੇਰੇ ਦਫ਼ਤਰ ਦੇ ਵਿੱਚ ਗੱਲ ਕਰਿਓ, ਮੈਨੂੰ ਮਿਲਿਓ। ਤੇ ਸੁਸਾਇਟੀ ਵਾਲਿਆਂ ਦਾ ਇਹੀ ਕਹਿਣਾ ਸੀ ਵੀ ਠੀਕ ਹੈ, ਮਿਲਣ ਕਰਨੇ ਹੋ, ਸਾਡੇ ਕਿਸੇ ਦੇ ਹੱਥ ਨਹੀਂ ਆਕੜੇ,
ਅਸੀਂ ਕੋਈ ਜੱਫੀ ਪਾਉਣ ਨਹੀਂ ਆਏ, ਤੁਹਾਨੂੰ ਇੱਥੇ ਮਿਲਣ ਨਹੀਂ ਆਏ। ਅਸੀਂ ਤਾਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ, ਸਾਨੂੰ ਮਿਲੇ ਤੋਂ ਬਗੈਰ ਵੀ ਸਿਰਫ ਇੰਨਾ ਕੰਮ ਕਰ ਦਿਓ ਵੀ ਅੱਗ ਲੱਗਣੀ ਬੰਦ ਹੋ ਜੇ। ਤੇ ਇਸ ਲਈ ਸਾਡੀ ਇਹੀ ਬੇਨਤੀ ਸੀ, ਉਸ ਰਿਗਾਰਡਿੰਗ ਅਸੀਂ ਇੱਥੇ ਬੈਠੇ ਸੀ। ਸਵਾ ਘੰਟੇ ਲਗਭਗ 2 ਘੰਟੇ ਹੋ ਗਏ ਆ, ਪੌਣੇ 2 ਘੰਟੇ ਹੋ ਗਏ ਆ। ਹੁਣ ਡੀਸੀ ਸਾਹਿਬ ਆਏ ਆ, ਐਮਈ ਸਾਹਿਬ ਵੀ ਖੜੇ ਆ, ਉਹਨਾਂ ਨੂੰ ਵੀ ਅਸੀਂ ਇਹੀ ਗੱਲ ਕਹੀ ਹੈ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਅਸੀਂ ਤਾਂ ਸਿਰਫ ਲੋਕਾਂ ਦੇ ਜਿਉਣ ਦੇ ਹੱਕ ਪਿੱਛੇ ਲੜ ਰਹੇ ਹਾਂ, ਤਾਂ ਜੋ ਸਾਫ਼ ਸੁਥਰਾ ਜਿਹੜਾ ਹਰਿਆਵਲ ਰਵੇ, ਸਾਫ਼ ਸੁਥਰਾ ਮਾਹੌਲ ਰਵੇ, ਜਿਹਦੇ ਵਿੱਚ ਲੋਕਾਂ ਨੂੰ ਸਾਹ ਸੌਖਾ। ਬਾਹਰ ਸੀਸੀਆਈਡੀ ਵੱਲੋਂ ਲਾਇਆ ਗਿਆ ਕਿ ਬੂਟਿਆਂ ਨੂੰ ਅੱਗ ਲਾ ਦਿੰਦੇ ਲੋਕ, ਤੇ ਕੀ ਆਸ਼ਵਾਸਨ ਦਵਾਇਆ ਉਹਨਾਂ ਨੂੰ? ਇਹਨਾਂ ਨੂੰ ਇਹੋ ਆਸ਼ਵਾਸਨ ਦਵਾਇਆ ਕਿ ਅਸੀਂ ਸੋਮਵਾਰ ਅਸੀਂ ਮੀਟਿੰਗ ਰੱਖੀ ਹੈ ਤੇ ਔਰ ਜਿਹੜੇ ਆਪਣੇ ਐਮਈ ਆ ਏਐਮਈ ਆਪਣੇ ਮਿਊਨਿਸਪਲ ਕਮੇਟੀ ਦੇ, ਉਹਨਾਂ ਦੇ ਨਾਲ ਆਪਾਂ ਸਾਰਿਆਂ ਨਾਲ ਤਾਲਮੇਲ ਕਰਕੇ ਤੇ ਕੋਈ ਕੰਟਰੋਲ ਕਰਾਂਗੇ ਇਹਨਾਂ ਨੂੰ। ਸਰ ਹੈ ਵੀ ਜਿਹੜੇ ਬੰਦੇ ਇਸ ਤਰ੍ਹਾਂ ਕੰਮ ਕਰਦੇ ਆ, ਕੋਈ ਮੁਲਾਜ਼ਮ ਜਾਂ ਕਰਮचारी, ਉਹਨਾਂ ਖਿਲਾਫ कार्रवाई ਕੀਤੀ ਜਾਊਗੀ? हाँ करांगे जे लगे। इस बुलेटिन में फिलहाल के लिए इतना ही। और भी खबरों की अपडेट्स के लिए आप बने रहिए GBN 24 न्यूज के साथ।